ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਨਾਨਕ 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 ਹੋਸੀ ਸਚ ਨਾਨਕ ਨਾਨਕ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਦਾ ਕਹਿਣਾ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਹਾਲ ਕਹਿਣਾ ਹਾਲ ਮਰੀਦਾਂ ਦਾ ਕਹਿਣਾ ਮਿੱਤਰ ਪਿਆਰੇ ਨੂੰ ਮਿੱਤਰ ਪਿਆਰੇ ਨੂੰ ਤੁਧ ਬਿਨ ਰੋਗ ਰਜਾਈਂਦਾ ਓਢਨ ਨਾਗ ਨਿਵਾਸ ਰਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਢਨ ਨਾਗ ਨਿਵਾਸ ਰਹਿਣਾ ਸੂਲ ਸੁਰਾਹੀ ਕੰਜਰ ਪਿਆਲਾ ਸੂਲ ਸੁਰਾਹੀ ਕੰਜਰ ਪਿਆਲਾ ਬਿੰਦ ਕਸਾਇਆਂ ਦਸਣਾ ਸੂਲ ਸੁਰਾਹੀ ਕੰਜਰ ਪਿਆਲਾ ਬਿੰਦ ਕਸਾਇਆਂ ਦਸਣਾ ਬਿੰਦ ਕਸਾਇਆਂ ਦਸਣਾ ਬਿੰਦ ਕਸਾਇਆਂ ਦਸਣਾ ਮਿੱਤਰ ਪਿਆਰੇ ਨੂੰ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਤਿਕਾਰਯੋਗ ਭਾਈ ਸਾਹਿਬ ਭਾਈ ਸਤਨਾਮ ਕਿਉਂਕਿ ਅੰਮ੍ਰਿਤਸਰ ਤੋਂ ਆਏ ਨੇ, ਉਹਨਾਂ ਨੇ ਇੱਕ ਸ਼ਬਦ ਦੀ ਹਾਜ਼ਰੀ ਭਰੀ ਸਟੇਜ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਹੁਣ ਸਾਡੇ ਬੱਚੇ ਨੇ ਉਹਨਾਂ ਨੇ ਕਵਿਤਾ ਬੋਲੀ ਸਟੇਜ ਤੇ ਆ ਕੇ ਰਣਵਿਜੇ ਸਿੰਘ ਜੀ ਸਟੇਜ ਤੇ ਆਇਆ ਉਹ ਆਪਣੇ ਕੀਰਤਨ ਸੰਤਾਂ ਦੇ ਸਾਹਮਣੇ ਰੱਖਣਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤਨ ਮੋਤੀ ਜਿਨੇ ਪੁੰਨ ਕਮਾਇਆ, ਗੁਰੂ ਲਾਲਾਂ ਤਾਈਂ ਦੁੱਧ ਪਿਲਾਇਆ। ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਮੇਰੀ ਕਵਿਤਾ ਦਾ ਸਿਰਲੇਖ ਹੈ ਨਾ ਉਡੀਕੀ ਦਾਦੀਏ। ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਭੁੱਲ ਜਾਵੀ ਹੁਣ ਪੋਤਿਆਂ ਨੂੰ ਲਾਡ ਲਡਾਉਣਾ। ਚੱਲੇ ਮੌਤ ਵਿਆਣ ਨੂੰ ਤੂੰ ਸ਼ਗਨ ਬਣਾ ਦੇ। ਚੱਲੇ ਮੌਤ ਵਿਆਣ ਨੂੰ ਤੂੰ ਸ਼ਗਨ ਬਣਾ ਦੇ। ਸਿਰ ਤੇ ਕਫਨ ਬੰਨ ਲੈ ਹੁਣ ਕਲਗੀਆਂ ਲਾ ਦੇ। ਵੈਰੀ ਨੇ ਹੈ ਆਂਦਰਾਂ ਦਾ ਸਹਿਰਾ ਪਾਉਣਾ। ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਮੈਂ ਤਾਂ 9 ਸਾਲ ਦਾ ਮੇਰਾ ਵੀਰ ਨਿਆਣਾ। ਮੈਂ ਤਾਂ 9 ਸਾਲ ਦਾ ਮੇਰਾ ਵੀਰ ਨਿਆਣਾ। ਮੌਤ ਵੱਡੀ ਹੈ ਇਸ ਤੋਂ ਇਹਨੇ ਪਹਿਲੋਂ ਜਾਣਾ। ਅੱਗੋਂ ਪਿੱਛੋਂ ਮੌਤ ਨੂੰ ਅਸੀਂ ਘੇਰਾ ਪਾਉਣਾ। ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਕੌਣ ਖਵਾਊ ਚੂਰੀਆਂ ਮਾਂ ਤੇਰੇ ਬਾਝੋਂ। ਕੌਣ ਖਵਾਊ ਚੂਰੀਆਂ ਮਾਂ ਤੇਰੇ ਬਾਝੋਂ। ਕੌਣ ਸੁਣਾਊ ਲੋਰੀਆਂ ਮਾਂ ਬਿਨ ਤੇਰੇ ਸਾਜੋਂ। ਕੌਣ ਸੁਣਾਊ ਲੋਰੀਆਂ ਬਿਨ ਤੇਰੇ ਸਾਜੋਂ। ਨਾ ਉਡੀਕੀ ਦਾਦੀਏ, ਅਸੀਂ ਮੁੜ ਨਹੀਂ ਆਉਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੀ ਬੱਚਾ ਰਣਵਿਜੇ ਸਿੰਘ। ਇਸ ਨੂੰ ਮੁਬਾਰਕਬਾਦ ਹੈ ਮਾਤਾ ਪਿਤਾ ਨੂੰ, ਬੱਚਿਆਂ ਨੂੰ, ਤਾਂ ਕਿ ਬਚਪਨ ਵਿੱਚ ਇਸ ਪਾਸੇ ਲਾਓਗੇ ਤਾਂ ਹੀ ਗੁਰੂ ਘਰ ਨਾਲ ਜੁੜਨਗੇ। ਬਹੁਤ ਬਹੁਤ ਧੰਨਵਾਦ। ਹੁਣ ਸਮਰਥਪ੍ਰੀਤ ਸਿੰਘ ਇੱਕ ਬੱਚਾ ਹੈ, ਉਹ ਇੱਕ ਕਵਿਤਾ ਆਪ ਜੀ ਦੇ ਸਾਹਮਣੇ ਰੱਖੇ। ਮੈਂ ਅੱਜ ਇੱਕ ਕਵਿਤਾ ਬੋਲਣ ਜਾ ਰਿਹਾ ਹਾਂ। ਮੇਰੀ ਕਵਿਤਾ ਦਾ ਸੰਦੇਸ਼ ਹੈ ਸ਼ਰਨ ਦੀਆਂ ਨੀਹਾਂ। ਆਓ ਭੈਣੋ ਆਓ ਭਰਾਓ, ਆਓ ਬਜ਼ੁਰਗੋ ਆਓ ਮਤਾਓ। ਉਹਨਾਂ ਨੂੰ ਵੀ ਸੰਗ ਲਿਆਓ, ਸਭ ਨੂੰ ਮੈਂ ਸਰਹੰਦ ਲੈ ਜਾਵਾਂ, ਚਾਕੀ ਇੱਕ ਅਜੀਬ ਖਾਵਾਂ।
ये बच्चा सी समरतप्रीत सिंह जिसने बड़ी वधिया कविता सुनाई। मुबारक है ते माता पिता नूं, बच्चे नूं भी मुबारक है। मैं बहुत बहुत धन्यवाद। हुण एक बच्ची है सीरत कौर, वो स्टेज पे आ जाए, वो अपनी कविता संगत के सामने। वाहिगुरु जी का खालसा वाहिगुरु जी की फतेह। मित्र प्यारे नू हाल मुरीद दा कहना, मित्र प्यारे नू हाल मुरीद दा कहना। तुझ बिन रोक रजाइयां दा ओढ़न, तुझ बिन रोक रजाइयां दा ओढ़न। नाग निवासन रहना, नाग निवासन रहना। मित्र प्यारे नू हाल मुरीद दा कहना, मित्र प्यारे नू। सूल सुराही खंजर प्याला, सूल सुराही खंजर प्याला। बिंग कसाइयां दा सैना, बिंग कसाइयां दा सैना। मित्र प्यारे नू हाल मुरीद दा कहना, मित्र प्यारे नू। यारे दा सानू सत्थर चंगा, यारे दा सानू सत्थर चंगा। पट छेड़े आंदा रहना, पट छेड़े आंदा रहना। मित्र प्यारे नू, मित्र प्यारे नू। वाहिगुरु जी का खालसा वाहिगुरु जी की फतेह। सत श्री अकाल। उन बच्चा है अनराय सिंह जी, वो अपनी कविता संगत के सामने। वाहेगुरु जी का खालसा वाहेगुरु जी की फतेह। मैं अनिरोय सिंह आज ਤੁਹਾਡੇ सामने एक कविता पेश करने जा रहा हाँ। मेरी कविता का नाम है सरहद दिए दीवारें नी। सरहद दिए दीवारें नी, तू खून मासूमा दा पीता, तू तरस जरा भी न कीता, तू एक ही किता कारे नी। सरहद दिए दीवारें नी, ओ मां किसे ते जाए सी, किसे प्यो ने लड़ लाए सी, इसकी अख ते किसे दे तारे नी। सरहद दिए दीवारें नी, सरहद दिए दीवारें नी। तेनू लोकी सारे कहन नी, तू खागी बन के डैन नी। दशमेश दलाल दुलारे नी, सरहद दिए दीवारें नी, सरहद दिए दीवारें नी। तू डाटे कितने लोड़े नी, माता तो लाल विछोड़े नी। तेनू लानत पांदे सारे नी, सरहद दिए दीवारें नी, सरहद दिए दीवारें नी। तेरे माड़े हसद पागनी, तू लाया मथे ते दागनी, जिसनू कोई उतारे नी। सरहद दिए दीवारें नी, सरहद दी दीवारें नी। तू जोर बतेरा लाया नी, उन्हां नू बहुत डराया नी, पर ओ ना बाजी हारे नी। सरहद दिए दीवारें नी, सरहद दिए दीवारें नी, पर ओ ना बाजी हारे नी। सरहद दिए दीवारें नी, सरहद दिए दीवारें नी। वाहेगुरु जी का खालसा वाहेगुरु जी की फतेह। ये बच्चा सी अनराय सिंह, इसका बहुत बहुत धन्यवाद। उन बच्ची पवनीत कौर जी। वाहिगुरु जी का खालसा वाहिगुरु जी की फतेह। मैं पवनीत कौर ਤੁਹਾਡੇ सामने एक शब्द पेश करना चाहती हाँ। वहो वहो गोबिंद सिंह आपे गुर चेला, वहो वहो गोबिंद सिंह आपे गुर चेला। हर सच्चे तख्त रचाया सत संगत मेला, हर सच्चे तख्त रचाया सत संगत मेला। वाहो वाहो गोबिंद सिंह आपे गुर चेला, वाहो वाहो गोबिंद सिंह आपे गुर चेला। वाहिगुरु जी का खालसा वाहिगुरु जी की फतेह। बोले सो निहाल। बच्चे का बहुत बहुत धन्यवाद। ये सन छोटे छोटे नन्हे बच्चे जो साडा आम दा भविष्य है।
ਬੱਚਿਆਂ ਨੂੰ ਅੱਜ ਹੀ ਅਸੀਂ ਉਹਨਾਂ ਮਾਵਾਂ ਦੀਆਂ ਕਥਾਵਾਂ, ਉਹਨਾਂ ਬੱਚਿਆਂ ਦੀਆਂ ਕਥਾਵਾਂ ਸੁਣਾਵਾਂਗੇ। ਉਹ ਸਾਖੀਆਂ ਦੱਸਾਂਗੇ ਤਾਂ ਤੇ ਸਰਾਹੇ ਤੁਰਨਗੇ। ਹੁਣ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ ਜੋ ਕਿ ਜੰਮੂ ਕਸ਼ਮੀਰ ਸਿੱਖ ਮਿਸ਼ਨ ਦੇ ਇੰਚਾਰਜ ਨੇ, ਉਹਨਾਂ ਦੀ ਸੇਵਾ 'ਚ ਬੇਨਤੀ ਹੈ ਕਿ 1:30 ਵਜੇ ਤੱਕ 1:35 ਤੱਕ ਸੰਗਤਾਂ ਨੂੰ ਜੋ ਚਮਕੌਰਗੜ੍ਹ ਤੋਂ ਲੈ ਕੇ ਸਰਹੰਦ ਤੱਕ ਦਾ ਸਾਰਾ ਇਤਿਹਾਸ ਹੈ ਉਹ ਸੰਗਤਾਂ ਨੂੰ ਸਰਵਣ ਕਰਾਉਣਗੇ, ਗੁਰੂ ਇਤਿਹਾਸ ਨਾਲ ਜੋੜਨਗੇ। ਆਪ ਜੀ ਦਾ ਸਮਾਂ ਜਿਹੜਾ 1:35 ਤੱਕ ਹੈ। ਉਸ ਤੋਂ ਬਾਅਦ ਆਨੰਦ ਸਾਹਿਬ ਤੇ ਅਰਦਾਸਾ ਕੀਤਾ ਜਾਏਗਾ। ਗੁਰੂ का लंगर भी तैयार हो रहा है। ये सारियां जितने भी प्रोग्राम हो रहे हैं एक वाणी चैनल लाइव टेलीकास्ट करके दिखाए जा रहे हैं। ਹੁਣ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। सूरा सो पहचानिए जो लरे दीन के हेत, पुरजा पुरजा कट मरै कबहू ना छाड़े खेत, जो तो प्रेम खिलन का चावो, जो तो प्रेम खेलन का चाओ, सिर धर तली गली मेरी आओ, इत मार्ग पैर तरीजे, सिर दीजे कान न कीजे, इत मार्ग पैर तरीजे, सिर दीजे कान न कीजे। जुगो जुग अटल चवर छतर, तख्तां दे मालिक वालीए दो जहान। धन 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 सतगुरु श्री गुरु ग्रंथ साहिब महाराज जी ਦੀ ਅੰਮ੍ਰਿਤਮਈ ਗੋਦ ਵਿੱਚ ਸੱਜ ਬੈਠੀ ਅਤੇ ਅਤੀ ਸਤਿਕਾਰਯੋਗ ਗੁਰੂ ਸੰਗਤ ਜੀ, ਅੱਜ ਅਸੀਂ ਸ਼ਹੀਦ ਮਾਂ ਜਗਤ ਮਾਂ ਮਾਤਾ ਗੁਜਰ ਕੌਰ ਜੀ ਔਰ ਸਾਹਿਬਜ਼ਾਦੇ ਧੰਨ ਬਾਬਾ ਯੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ ਦੀ ਮਹਾਨ ਜੋ ਸ਼ਹਾਦਤ ਹੋਈ ਹੈ, ਅੱਜ ਦੇ ਹੀ ਦਿਨ ਗੁਰਪ੍ਰਣਾਲੀਆਂ ਗੁਲਾਬ ਸਿੰਘ ਦੀਆਂ ਵਿੱਚੋਂ ਕੌਮ ਨੇ ਪੰਥ ਨੇ ਸਨਮਾਨਿਤ ਕੀਤਾ ਹੈ ਕਿ 9:45 ਤੋਂ ਲੈ ਕੇ 11 ਵਜੇ ਤੱਕ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਔਰ ਜਾਸਲ ਬੇਗ ਤੇ ਬਾਸਲ ਬੇਗ ਵੱਲੋਂ ਸਾਹਿਬਜ਼ਾਦਿਆਂ ਦੀਆਂ ਛਾਤੀਆਂ ਤੇ ਗੋਡੇ ਰੱਖ ਕੇ ਸਾਹ ਰਗ ਛੁਰੀ ਨਾਲ ਵੱਢ ਦਿੱਤੀ ਸੀ ਔਰ ਸਾਹਿਬਜ਼ਾਦਿਆਂ ਦਾ ਖੂਨ ਸ੍ਰੀ ਫਤਿਹਗੜ੍ਹ ਸਾਹਿਬ ਜੀ ਦੀ ਪਵਿੱਤਰ ਧਰਤੀ ਵਿੱਚ ਸਮਾ ਗਿਆ ਸੀ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਥਾਪੜਾ ਲੈ ਕਰਕੇ ਚੱਪੜ ਚਿੜੀ ਦੇ ਮੈਦਾਨ ਵਿੱਚ ਵਜੀਦ ਖਾਨ ਨੂੰ ਤੇ ਹੋਰ ਜ਼ਾਲਮਾਂ ਨੂੰ ਸੋਧਾ ਦੇ ਕੇ ਸੋਧਾ ਲਾ ਕੇ ਉਸ ਤੋਂ ਬਾਅਦ ਪਹਿਲਾ ਬਚਨ ਬਾਬਾ ਬੰਦਾ ਸਿੰਘ ਬਹਾਦਰ ਦਾ ਸੀਗਾ ਕਿ ਗੁਰੂ ਕੇ ਲਾਲ ਕਿੱਥੇ ਸ਼ਹੀਦ ਹੋਏ। ਬਾਬਾ ਬੰਦਾ ਸਿੰਘ ਬਹਾਦਰ ਨੇ ਹੋਰ ਕੋਈ ਸ਼ਬਦ ਨਹੀਂ ਪੁੱਛਿਆ। ਔਰ ਇੱਕ ਤਾਂ ਤੁਸੀਂ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਉਹ ਸਰਹੰਦ ਦੀਆਂ ਦੀਵਾਰਾਂ ਦੇ ਦਰਸ਼ਨ ਕਰਦੇ ਜੇ, ਦੋ ਨਿਸ਼ਾਨ ਸਾਹਿਬ ਅੱਜ ਵੀ ਉੱਥੇ ਝੂਲਦੇ ਨੇ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਤੇ, ਜਿੱਥੇ ਸਾਹਿਬਜ਼ਾਦਿਆਂ ਨੂੰ ਜ਼ੁਬਾ ਕੀਤਾ ਗਿਆ ਸੀ, ਜਿੱਥੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀਗਾ। ਅੱਜ ਵੀ ਉਹ ਪ੍ਰਤੀਕ ਹੈ, ਇੱਥੇ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਹੋਈ। ਬਾਬਾ ਬੰਦਾ ਸਿੰਘ ਬਹਾਦਰ ਨੇ ਕੌਮ ਦੇ ਪਹਿਲੇ ਬਾਦਸ਼ਾਹ ਨੇ ਸਭ ਤੋਂ ਪਹਿਲਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਅਸਥਾਨ ਦੀ ਨਿਸ਼ਾਨਦਾਈ ਕੀਤੀ ਔਰ ਬਾਬਾ ਬੰਦਾ ਸਿੰਘ ਬਹਾਦਰ ਨੇ ਹੌਕਾ ਭਰ ਕੇ ਉਸ ਵੇਲੇ ਦੋ ਬੋਲ ਕਹੇ ਸਨ। ਇਸ ਵਿਖੜੇ ਸਮੇਂ ਦੇ ਵਿੱਚ
ਸੇਵਾ ਕਰਨ ਵਾਲੇ ਕਿਹੜੇ ਕਿਹੜੇ ਨਿਤਰੇ ਨੇ। ਸਮਾਂ ਤਾਂ ਆਪ ਜੀ ਨੂੰ ਪਤਾ ਹੀ ਹੈ, ਆਪ ਜੀ ਦੀ ਨਜ਼ਰ ਵਿੱਚ ਉਹ ਸਾਰਾ ਹੀ ਸਾਕਾ ਹੈ, ਪਰ ਬਾਬਾ ਬੰਦਾ ਸਿੰਘ ਬਹਾਦਰ ਆਪਣੇ ਕੌਮ ਦੇ ਮਹਾਨ ਸੂਰਮਿਆਂ ਕੋਲ ਉਹ ਗਾਥਾ ਸੁਣਨਾ ਚਾਹੁੰਦਾ ਸੀ। ਬਾਬਾ ਬੰਦਾ ਸਿੰਘ ਬਹਾਦਰ ਗੋਡਿਆਂ ਭਾਰ ਬੈਠ ਗਿਆ ਔਰ ਕੌਮ ਦੇ ਮਹਾਨ ਜਥੇਦਾਰ ਜਿਨ੍ਹਾਂ ਵਿੱਚ ਬਾਬਾ ਦੀਪ ਸਿੰਘ ਤੇ ਅਨੇਕਾਂ ਸਿੰਘ ਸਨ, ਉਹਨਾਂ ਨੇ ਦੱਸਿਆ ਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਪਰਿਵਾਰ ਸਰਸਾਂ ਦੇ ਕਿਨਾਰੇ ਤੇ 3 ਹਿੱਸਿਆਂ ਵਿੱਚ ਹੋ ਗਿਆ। ਆਪਣੀ ਸੁਰਤ ਸਰਸਾਂ ਦੇ ਕਿਨਾਰੇ ਅੰਮ੍ਰਿਤ ਵੇਲੇ ਲੈ ਕੇ ਜਾਓਗੇ ਤਾਂ ਉਸ ਵੇਲੇ ਤੱਕ ਸਾਰਾ ਹੀ ਪਰਿਵਾਰ ਇਕੱਠਾ ਹੈ। ਕੇਵਲ ਸਾਹਿਬਜ਼ਾਦਾ ਅਜੀਤ ਸਿੰਘ, ਉਦੈ ਸਿੰਘ ਜੀ ਜਰਨੈਲ ਦੇ ਨਾਲ ਮੈਦਾਨੇ ਜੰਗ ਵਿੱਚ ਕਰਾਰੇ ਹੱਥ ਕਰ ਰਿਹਾ ਹੈ, ਦੁਸ਼ਮਣ ਨੂੰ ਕਰਾਰੇ ਹੱਥ ਦਿਖਾ ਰਿਹਾ ਹੈ। ਬਾਕੀ ਸਾਰਾ ਪਰਿਵਾਰ ਦੋਨੋਂ ਹੀ ਸਤਿਕਾਰਯੋਗ ਗੁਰੂ ਸਾਹਿਬ ਜੀ ਦੇ ਮਹਿਲ ਮਾਤਾ ਸੁੰਦਰ ਕੌਰ, ਮਾਤਾ ਸਾਹਿਬ ਕੌਰ ਜੀ ਔਰ ਗੁਰੂ ਕੇ ਲਾਲ ਸਾਹਿਬਜ਼ਾਦਾ ਜੁਝਾਰ ਸਿੰਘ, ਜੋਰਾਵਰ ਸਿੰਘ ਤੇ ਫਤਿਹ ਸਿੰਘ ਔਰ ਜਗਤ ਮਾਂ ਸ਼ਹੀਦ ਮਾਤਾ ਗੁਜਰ ਕੌਰ ਜੀ, ਇਹ ਅੰਮ੍ਰਿਤ ਵੇਲੇ ਤੱਕ ਇਕੱਠੇ ਹੀ ਨੇ। ਪਰ ਜਦੋਂ ਸਰਸਾ ਪਾਰ ਕਰਨੀ ਸੀਗੀ ਤੇ ਸਰਸਾ ਪਾਰ ਕਰਦਿਆਂ ਪਰਿਵਾਰ 3 ਹਿੱਸਿਆਂ ਵਿੱਚ ਚਲਿਆ ਗਿਆ। ਇੱਕ ਪਾਸੇ ਗੁਰੂ ਸਾਹਿਬ ਜੀ 40 ਸਿੰਘ ਤੇ ਸਾਹਿਬਜ਼ਾਦੇ ਨੇ ਤੇ ਇੱਕ ਪਾਸੇ ਗੁਰੂ ਸਾਹਿਬ ਜੀ ਦੀ ਰਣਨੀਤੀ ਅਨੁਸਾਰ ਸਤਿਕਾਰਯੋਗ ਮਾਤਾ ਗੁਜਰ ਕੌਰ ਜੀ, ਛੋਟੇ ਸਾਹਿਬਜ਼ਾਦੇ ਮਾਤਾ ਸੁੰਦਰ ਕੌਰ ਤੇ ਮਾਤਾ ਸਾਹਿਬ ਕੌਰ, ਭਾਈ ਜਵਾਹਰ ਸਿੰਘ, ਭਾਈ ਧੰਨਾ ਸਿੰਘ ਤੇ ਭਾਈ ਮਨੀ ਸਿੰਘ ਜੀ ਦੇ ਨਾਲ ਰੋਪੜ ਜਾਣਗੇ ਭਾਈ ਜਵਾਹਰ ਸਿੰਘ ਦੇ ਘਰ। ਪਰ ਉਸ ਹਫੜਾ ਦਫੜੀ ਦੇ ਵਿੱਚ ਕੀ ਹੋਇਆ, ਗੁਰੂ ਸਾਹਿਬ ਜੀ ਇੱਕ ਪਾਸੇ ਚਲੇ ਗਏ ਤੇ ਮਾਤਾਵਾਂ ਦੇ ਨਾਲੋਂ ਜਗਤ ਮਾਂ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦੇ ਵਿਛੜ ਗਏ ਔਰ ਇਹ ਫਾਸਲਾ ਕਾਫੀ ਦੂਰ ਹੋ ਗਿਆ। ਕਿਨਾਰੇ ਕਿਨਾਰੇ ਚੱਲਦੇ ਹੋਏ ਜਦੋਂ ਜਗਤ ਮਾਂ ਮਾਤਾ ਗੁਜਰ ਕੌਰ ਇੱਕ ਪਤਨ ਤੇ ਪਹੁੰਚਦੇ ਆ ਜਿੱਥੇ ਕੰਮੋ ਮਾਸ਼ਕੀ ਹੈ। ਇਹ ਵੈਸੇ ਇਹ ਜੁਲਾਹਾ ਪਰਿਵਾਰ ਵਿੱਚੋਂ ਸੀਗਾ, ਪਰ ਇਸਲਾਮ ਨੇ ਉਸ ਵੇਲੇ ਜਬਰੀ ਬਹੁਤ ਸਾਰੇ ਲੋਕ ਮੁਸਲਮਾਨ ਬਣਾਏ ਸਨ। ਇਹਦਾ ਨਾਂ ਕਰਮਦੀਨ ਸੀਗਾ, ਪਰ ਹਾਲੇ ਵੀ ਅੰਦਰ ਹਮਦਰਦੀ, ਪਿਆਰ ਤੇ ਦਇਆ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਰ ਉਪਕਾਰਾਂ ਨੂੰ ਹਲੇ ਭੁੱਲਿਆ ਨਹੀਂ ਹੈ। ਮੁਸਲਮਾਨ ਹੋ ਗਿਆ ਪਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਰ ਉਪਕਾਰ ਧਰਮ ਹੇਤ ਸਾਕਾ ਜਿਨ ਕੀਆ, ਸੀਸ ਦਿਆ ਪਰ ਸਿਰੜ ਨਾ ਦਿਆ। ਮਾਤਾ ਜੀ ਨੂੰ ਆਪਣੀ ਝੌਂਪੜੀ ਵਿੱਚ, ਝੁੱਗੀ ਵਿੱਚ ਲੈ ਆਇਆ, ਜਿਹੜੀ ਘਾਹ ਕੱਖਾਂ ਦੀ ਤਿਆਰ ਕੀਤੀ ਹੋਈ ਸੀ। ਗੁਰੂ ਦੇ ਲਾਲ ਮਹਿਲਾਂ ਵਿੱਚ ਰਹਿਣ ਵਾਲੇ, ਨਾ ਉੱਥੇ ਕੋਈ ਵਿਛਾਈ ਹੈ ਨਾ ਪ੍ਰਸ਼ਾਦਾ ਹੈ। ਇਤਿਹਾਸ ਦੇ ਗੁਰਮੁਖਾਂ ਵੱਲੋਂ ਖੋਜ ਕਰਕੇ ਇਹ ਵੀ ਸਾਡੇ ਸਨਮੁਖ ਕੀਤਾ ਗਿਆ ਹੈ ਕਿ ਕੰਮੋ ਮਾਸ਼ਕੀ ਦੇ ਨਾਲ ਇੱਕ ਹੋਰ ਮਾਂ ਹੈ ਜਿਸ ਦਾ ਨਾਂ ਹੈ ਮਾਤਾ ਲక్ష్ਮੀ। ਹੁਣ ਤੇ ਬਾਬਾ ਕੰਮੋ ਕਹਿ ਕੇ ਸਤਿਕਾਰਿਆ ਜਾਂਦਾ ਹੈ ਇਸ ਸ਼ਖਸ ਨੂੰ ਔਰ ਗੁਰਦੁਆਰਾ ਸਾਹਿਬ ਵੀ ਉੱਥੇ ਸਭਾਏਮਾਨ ਹੈ। ਔਰ ਇਹ ਮਾਤਾ ਲక్ష్ਮੀ ਦੂਸਰੇ ਪਿੰਡ ਦੀ ਹੈ। ਆਪਣੇ ਵੱਲੋਂ ਇਸ ਨੇ 36 ਪ੍ਰਕਾਰ ਦਾ ਜੋ ਵੀ ਇਹਦੇ ਕੋਲ ਰਸਦ ਸੀਗੇ ਪ੍ਰਸ਼ਾਦਾ ਤਿਆਰ ਕੀਤਾ ਔਰ ਬੜੇ ਪਿਆਰ ਸਤਿਕਾਰ ਦੇ ਨਾਲ ਸਾਹਿਬਜ਼ਾਦਿਆਂ ਨੂੰ ਤੇ ਮਾਤਾ ਜੀ ਨੂੰ ਪ੍ਰਸ਼ਾਦਾ ਛਕਾਇਆ ਤੇ ਸਾਰੀ ਰਾਤ ਇਹ ਮਾਤਾ ਲక్ష్ਮੀ ਮੁੱਠੀ ਚਾਪੀ ਕਰਦੀ ਰਹੀ ਹੈ, ਗੁਰੂ ਗੁਰੂ ਜਪਦੀ ਰਹੀ ਹੈ। ਔਰ ਦੂਸਰੇ ਪਾਸੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਿਹੰਗ ਖਾਂ ਦੇ ਕੋਲ ਜਿਹੜਾ ਵਿਸ਼ਰਾਮ ਕਰਦੇ ਨੇ, ਪਰ ਸਾਰੀ ਰਾਤ ਸਾਹਿਬਜ਼ਾਦੇ ਵਿਛੜ ਗਏ ਨੇ। ਇਸ ਗੱਲ ਦਾ ਪਤਾ ਲੱਗ ਚੁੱਕਾ ਸੀ ਤੇ 5 ਪਿਆਰੇ ਜਿਹੜੇ ਨੇ ਸਾਰੀ ਰਾਤ ਇਸ ਸਰਸਾਂ ਦੇ ਕੰਢੇ ਤੇ ਇਹ ਯਤਨ ਕਰਦੇ ਰਹੇ ਨੇ ਕਿ ਸਾਹਿਬਜ਼ਾਦੇ ਮਿਲ ਜਾਣ। ਅੱਜ ਵੀ ਉੱਥੇ ਗੁਰਦੁਆਰਾ ਸਾਹਿਬ 5 ਪਿਆਰੇ ਸਭਾਏਮਾਨ ਹੈ। ਔਰ ਸਵੇਰੇ ਅੰਮ੍ਰਿਤ ਵੇਲੇ ਕੰਮੋ ਮਾਸ਼ਕੀ ਨੇ ਸੋਚਿਆ ਕੋਈ ਨਾ ਕੋਈ ਸਿਖੜਾ ਗੁਰੂ ਸਾਹਿਬ ਜੀ ਦਾ ਸਿੱਖ ਮਿਲ ਜਾਵੇ
ਤੇ ਮੈਂ ਮਾਤਾ ਜੀ ਨੂੰ ਨਾਲ ਲੈ ਕੇ ਤੇ ਗੁਰੂ ਸਾਹਿਬ ਜੀ ਕੋਲ, ਜੋ ਕਿ ਮੇਰੀ ਵੱਡੀ ਜ਼ਿੰਮੇਵਾਰੀ ਹੈ, ਤੇ ਸਾਹਿਬਜ਼ਾਦਿਆਂ ਨੂੰ ਪਹੁੰਚਾ ਦੇਵਾਂ। ਔਰ ਇਸ ਨੇ ਯਤਨ ਕੀਤਾ, ਭਾਲ ਕਰਦਿਆਂ ਕਰਦਿਆਂ ਗੁਰੂ ਸਾਹਿਬ ਜੀ ਦੇ ਜੱਥੇ ਨਾਲੋਂ ਗੰਗੂ ਵੀ ਜਿਹੜਾ ਸੀਗਾ ਉਹ ਪਰੇ ਹੋ ਗਿਆ, ਵਿਛੜ ਗਿਆ ਸੀ, ਤੇ ਇਹ ਉਸੇ ਹੀ ਪਤਨ ਤੇ ਆ ਗਿਆ, ਤੇ ਇਹ ਕੁਝ ਬੁੜਬੜਾ ਰਿਹਾ ਸੀਗਾ, ਮੇਰੀ ਨੌਕਰੀ ਚਲੀ ਗਈ ਹੈ ਔਰ ਮੇਰਾ ਰੁਜ਼ਗਾਰ ਚਲਾ ਗਿਆ। ਇਸ ਨੂੰ ਬਾਕੀ ਕਿਸੇ ਦਾ ਦੁੱਖ ਨਹੀਂ, ਕੇਵਲ ਤਾਂ ਕੇਵਲ ਇਹਨੂੰ ਆਪਣੀ ਜਿਹੜੀ ਹੈ ਨੌਕਰੀ ਦਾ ਦੁੱਖ ਹੈ ਕਿ ਮੇਰਾ ਹੁਣ ਕੰਮ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ। ਗੁਰੂ ਸਾਹਿਬ ਜੀ ਬਖਸ਼ਿਸ਼ਾਂ ਕਰਦੇ ਰਹੇ ਨੇ, ਤੇ ਇਹ ਬੁੜਬੜਾ ਰਿਹਾ ਸੀਗਾ, ਕੁਝ ਗੱਲ ਆਪਣੇ ਮੁਖਾਰਬਿੰਦ ਵਿੱਚ ਕਰ ਰਿਹਾ ਸੀਗਾ, ਤੇ ਕੰਮੂ ਮਾਸ਼ਕੀ ਨੇ ਸੋਚਿਆ ਸ਼ਾਇਦ ਇਹ ਆਨੰਦਪੁਰ ਸਾਹਿਬ ਤੋਂ ਹੀ ਆਇਆ। ਹੁਣ ਆਪਸ ਵਿੱਚ ਗੱਲਬਾਤ ਹੋਈ ਹੈ, ਜ਼ਿੰਮੇਵਾਰੀ ਵਾਲੀ ਇੱਕ ਸੰਜੀਦਗੀ ਗੱਲ ਹੈ, ਕੰਮੂ ਮਾਸ਼ਕੀ ਦੱਸਣਾ ਨਹੀਂ ਚਾਹੁੰਦਾ, ਔਰ ਬਹੁਤ ਸਾਰੀਆਂ ਗੱਲਾਂ ਪੁੱਛੀਆਂ ਕਿ ਗੁਰੂ ਸਾਹਿਬ ਜੀ ਦੀ ਸਾਹਿਬਜ਼ਾਦੇ, ਜਦੋਂ ਸਾਹਿਬਜ਼ਾਦਿਆਂ ਦਾ ਨਾਮ ਦੱਸਿਆ ਫਿਰ ਇਹਨੂੰ ਯਕੀਨ ਹੋ ਗਿਆ। ਔਰ ਉਦੋਂ ਤੱਕ, ਹਾਲੇ ਤੱਕ ਇਹ ਅਕਿਰਤ ਘਣ ਲੂਣ ਹਰਾਮੀ ਨਹੀਂ ਹੋਇਆ, ਉਦੋਂ ਤੱਕ ਇਹਦੇ ਮਨ ਵਿੱਚ ਕੋਈ ਪਾਪ ਨਹੀਂ। ਪਰ ਜਦੋਂ ਕੰਮੂ ਮਾਸ਼ਕੀ ਇਸ ਨੂੰ ਨਾਲ ਲੈ ਗਿਆ, ਸਾਰੀ ਰਾਤ ਮਾਤਾ ਲక్ష్ਮੀ ਜੀ ਮੁੱਠੀ ਚਾਪੀ ਕਰਦੇ ਰਹੇ ਨੇ। ਸਵੇਰ ਦਾ ਜਲਪਨ ਵੀ ਇਸ ਮਾਂ ਨੇ ਛਕਾਇਆ ਸਾਹਿਬਜ਼ਾਦਿਆਂ ਨੂੰ। ਉੱਥੇ ਵਿਚਾਰ ਬਣੀ ਹੈ ਕਿ ਸਾਨੂੰ ਇਹ ਆਦੇਸ਼ ਹੋਇਆ ਸੀਗਾ ਕਿ ਜੇ ਤੁਸੀਂ ਰੋਪੜ ਪਹੁੰਚ ਜਾਓਗੇ ਤੇ ਉੱਥੇ ਨਿਹੰਗ ਖਾਂ ਵੀ ਹੈ, ਉੱਥੇ ਜਵਾਰ ਸਿੰਘ ਦਾ ਘਰ ਵੀ ਹੈ, ਤੇ ਜੇ ਸਾਨੂੰ ਤੁਸੀਂ ਰੋਪੜ ਤੱਕ ਮਹਿਫੂਜ਼ ਤਰੀਕੇ ਨਾਲ ਪਹੁੰਚਾ ਦੇਵੋ ਤਾਂ ਬੜਾ ਭਲਾ ਹੋਵੇਗਾ। ਹੁਣ ਕੰਮੂ ਮਾਸ਼ਕੀ ਜਿਹੜਾ ਹੈ ਉਹ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਛੱਡਣਾ ਨਹੀਂ ਚਾਹੁੰਦਾ। ਇਹ ਇਤਿਹਾਸ ਗਵਾਹ ਹੈ ਕਿ ਜਦੋਂ ਕੰਮੂ ਮਾਸ਼ਕੀ ਤੇ ਉਸ ਵੇਲੇ ਗੰਗੂ ਜਿਹੜਾ ਸੀਗਾ ਬ੍ਰਾਹਮਣ, ਇਸ ਨੇ ਉਪਰਾਲਾ ਕੀਤਾ, ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਪੱਤਨ ਪਾਰ ਕਰਕੇ ਜਦੋਂ ਰੋਪੜ ਵਾਲੇ ਪਾਸੇ ਤੁਰੇ ਨਾ, 5 ਕੋਹ ਤੱਕ ਕੰਮੂ ਮਾਸ਼ਕੀ ਨਾਲ ਤੁਰਿਆ। ਇਹ ਇਤਿਹਾਸ ਗਵਾਹ ਹੈ। 13 ਕਿਲੋਮੀਟਰ ਪੈਂਡਾ ਬਣਦਾ ਹੈ। ਜਦੋਂ 27 ਕਿਲੋਮੀਟਰ ਅੱਗੇ ਚਲੇ ਜਾਂਦੇ ਆ ਨਾ, ਇੱਕ ਤੇ ਮਾਤਾ ਜੀ ਨੇ ਆਪਣੇ ਸੋਨੇ ਦੇ ਕੰਗਨ ਜਬਰੀ ਜਿਹੜੇ ਸਨ ਮਾਈ ਲక్ష్ਮੀ ਨੂੰ ਦੇ ਦਿੱਤੇ, ਤੇਰੀ ਸੇਵਾ ਧੰਨ ਹੈ, ਤੇਰੀ ਪ੍ਰੀਤ ਦਰਗਾਹ ਵਿੱਚ ਬਣੀ ਰਹੇ। ਉਹ ਇਹ ਆਸ਼ੀਰਵਾਦ ਦੇ ਕੇ ਆਏ ਨੇ ਔਰ ਕੁਝ ਅਸ਼ਰਫੀਆਂ ਦਿੱਤੀਆਂ ਨੇ। ਫਿਰ ਮਾਤਾ ਜੀ ਨੇ ਜਦੋਂ ਕੰਮੂ ਮਾਸ਼ਕੀ ਨੂੰ ਕੁਝ ਮਾਇਆ ਦਿੱਤੀ, ਕੁਝ ਅਸ਼ਰਫੀਆਂ, ਕੁਝ ਮੋਹਰਾਂ ਦਿੱਤੀਆਂ, ਫੇਰ ਇਹਦਾ ਮਨ ਬੇਈਮਾਨ ਹੋ ਗਿਆ। ਪਰ ਫੇਰ ਵੀ ਰੋਪੜ ਵਾਲੇ ਪਾਸੇ ਜਾ ਰਿਹਾ ਹੈ। 27 ਕਿਲੋਮੀਟਰ ਦੂਰ ਤੇ ਇੱਕ ਗੁਰਦੁਆਰਾ ਸਾਹਿਬ ਸੁਭਾਏਮਾਨ ਹੈ, ਜਿੱਥੋਂ ਤੱਕ ਇਹ ਸਾਹਿਬਜ਼ਾਦਿਆਂ ਨੂੰ ਨਾਲ ਲੈ ਗਿਆ ਸੀ। ਇੱਕ ਝੰਗੀ ਵਿੱਚ ਬਿਠਾ ਕੇ ਇਸ ਨੇ ਕਿਹਾ ਕਿ ਮੈਂ ਥੋੜਾ ਸ਼ਹਿਰ ਦਾ ਚੱਕਰ ਲਾਵਾਂ ਕਿ ਸਾਡਾ ਜਾਣਾ ਸਹੀ ਹੋਵੇਗਾ, ਮਹਿਫੂਜ਼ ਹੋਵੇਗਾ ਕਿ ਜਾਂ ਨਹੀਂ। ਪਰ ਇਹਦੇ ਅੰਦਰ ਬੇਈਮਾਨੀ ਚੱਲ ਰਹੀ ਸੀਗੀ, ਮਾਇਆ ਧਾਰੀ ਅਤ ਅੰਨਾ ਬੋਲਾ। ਔਰ ਜਿਹੜਾ ਗੁਰੂ ਦਾ ਖਾ ਕੇ ਅਕਿਰਤ ਘਣ ਹੋ ਗਿਆ, ਭਾਈ ਗੁਰਦਾਸ ਜੀ ਦੇ ਬੋਲ ਨੇ, ਉਹ ਧਰਤੀ ਨੂੰ ਪੁੱਛਦੇ ਨੇ ਕਿ ਧਰਤੀ ਮਾਂ, ਤੇਰੇ ਤੇ ਵੱਡੇ ਸਮੁੰਦਰ, ਦਰਿਆ ਤੇ ਨਦੀਆਂ ਨੇ, ਪਹਾੜ ਨੇ, ਇੰਨੀ ਬਨਸਪਤੀ ਤੇ ਪਸ਼ੂ ਪੰਛੀ ਤੇ ਆਕਾਸ਼ ਨੂੰ ਸੁੰਦੇ ਪਹਾੜ ਨੇ, ਤੈਨੂੰ ਭਾਰ ਨਹੀਂ ਲੱਗਦਾ? ਤੇ ਧਰਤੀ ਕਹਿੰਦੀ ਨਹੀਂ ਭਾਰ ਲੱਗਦਾ। ਫਿਰ ਭਾਈ ਗੁਰਦਾਸ ਜੀ ਨੇ ਪੁੱਛਿਆ ਕਿਸੇ ਦਾ ਭਾਰ ਵੀ ਲੱਗਦਾ ਹੈ? ਤਾਂ ਧਰਤੀ ਕਹਿੰਦੀ ਮੈਨੂੰ ਇਕਰਤ ਕਣਾਂ ਦਾ ਭਾਰ ਲੱਗਦਾ ਹੈ। ਔਰ ਇਹ ਇਕਰਤ ਕਣ ਹੋ ਗਿਆ, ਭਾਰੇ ਭੋਏ ਇਕਰਤ ਕਣ ਮੰਦੀ ਹੂੰ ਮੰਦੇ। ਇਹ ਮੰਦ ਕਰਮੀ ਹੋ ਗਿਆ, ਇਹ ਘੁੰਮਦਾ ਰਿਹਾ ਤੇ ਕੁਝ ਜਦੋਂ ਸ਼ਾਮ ਢਲ ਗਈ ਤੇ ਫੇਰ ਵਾਪਸ ਆਇਆ ਤੇ ਕਹਿਣ ਲੱਗਾ, ਮਾਂ ਜੀ ਵੇਖੋ ਸਾਰੇ ਪਾਸੇ ਇਹ ਢੰਡੋਰਾ ਪਟਵਾਇਆ ਜਾ ਰਿਹਾ, ਜਿਹੜਾ ਸਾਹਿਬਜ਼ਾਦਿਆਂ ਦੀ ਜਾਂ ਗੁਰੂ ਸਾਹਿਬ ਜੀ ਦੀ ਜਾਂ ਉਹਨਾਂ ਦੇ ਪਰਿਵਾਰ ਦੀ ਮਦਦ ਕਰੇਗਾ, ਕੋਲੂ ਵਿੱਚ ਪੀੜਦਾ ਨਾ, ਮੈਂ ਆਪਣਾ ਪਰਿਵਾਰ ਬਚਾਉਣਾ ਚਾਹੁੰਦਾ ਹੈ। ਤੇ ਜੇ ਤੁਸੀਂ ਫੜੇ ਗਏ, ਇਹਦੇ ਨਾਲੋਂ ਚੰਗਾ ਹੈ ਕਿ ਤੁਸੀਂ ਮੇਰੇ ਨਾਲ ਮੇਰੇ ਪਿੰਡ ਸਹੇੜੀ ਚੱਲੋ। ਦੇਖੋ ਸਾਹਿਬਜ਼ਾਦਿਆਂ ਨੂੰ 27 ਕਿਲੋਮੀਟਰ ਪਹਿਲਾਂ ਅੱਗੇ ਲੈ ਗਿਆ, ਫਿਰ ਉੱਥੋਂ ਤੁਸੀਂ ਨਕਸ਼ਾ ਦੇਖੋਗੇ ਤੇ ਫਿਰ ਪਤਾ ਲੱਗੇਗਾ ਉਹ ਮਰਿੰਡੇ ਵਾਲੇ ਪਾਸੇ, ਸਹੇੜੀ ਵਾਲੇ ਪਾਸੇ ਨੂੰ ਲੈ ਜਾਂਦਾ। ਔਰ ਉੱਥੇ ਜਾ ਕੇ ਵੀ ਇੰਨਾ ਬੇਈਮਾਨ ਹੈ, ਇਹਨੇ ਆਪਣੇ ਘਰ ਦੇ ਵਿੱਚ
ਮਾਤਾ ਜੀ ਨੂੰ ਤੇ ਸਾਹਿਬਜ਼ਾਦਿਆਂ ਨੂੰ ਲੈ ਕਰਕੇ ਨਹੀਂ ਗਿਆ, ਸਗੋਂ ਉੱਥੇ ਵੀ ਇੱਕ ਟੋਭਾ ਸੀਗਾ, ਉਸ ਕਿਨਾਰੇ ਤੇ ਗੁਰਦੁਆਰਾ ਸਾਹਿਬ ਸੁਭਾਏਮਾਨ ਉੱਥੇ ਬਿਠਾ ਦਿੱਤਾ। ਜਦੋਂ ਅੱਧੀ ਰਾਤ ਹੋਈ, ਇਸ ਨੇ ਬਹਾਨਾ ਬਣਾਇਆ ਹੋਇਆ ਸੀਗਾ ਕਿ ਮਾਂ ਜੀ ਮੈਂ ਉਦੋਂ ਲੈ ਕੇ ਜਾਵਾਂਗਾ ਜਦੋਂ ਇੱਕ ਸਾਜ਼ਗਾਰ ਚੰਗਾ ਸਮਾਂ ਹੋਵੇਗਾ, ਕੋਈ ਸਾਨੂੰ ਦੇਖ ਨਾ ਲੇ। ਪਰ ਅੰਦਰ ਕੇਵਲ ਤਾਂ ਕੇਵਲ ਮੈਲ ਹੈ, ਇਹਦੇ ਅੰਦਰ ਪਾਪ ਹੈ, ਮਾਇਆ ਧਾਰੀ ਅਤ ਅੰਨਾ ਬੋਲਾ। ਇਸ ਦੇ ਅੰਦਰ ਮਾਇਆ ਨੇ ਪ੍ਰਬਲ ਜਿਹੜਾ ਨਾ ਉਸ ਵੇਲੇ ਰੂਪ ਧਾਰ ਲਿਆ, ਤੇ ਇਸ ਨੂੰ ਕੇਵਲ ਤਾਂ ਕੇਵਲ ਸਾਹਿਬਜ਼ਾਦੇ ਤੇ ਪਰਉਪਕਾਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਹੀਂ ਦਿਸ ਰਹੇ, ਤੇ ਨਾ ਹੀ ਜਗਤ ਮਾਂ ਮਾਤਾ ਗੁਜਰ ਕੌਰ ਦਿਸ ਰਹੀ ਹੈ, ਕੇਵਲ ਮਾਇਆ ਹੀ ਦਿਸ ਰਹੀ ਹੈ। ਅੱਧੀ ਰਾਤ ਨੂੰ ਇਹਨੇ ਜਾ ਕੇ ਵਿਛਾਈ ਤਿਆਰ ਕੀਤੀ ਹੈ ਤੇ ਫਿਰ ਉੱਥੇ ਵਿਸ਼ਰਾਮ ਕਰਾਇਆ, ਪਰ ਮਾਇਆ ਇਸਨੇ ਚੋਰੀ ਜਿਹੜੀ ਸੀਗੀ ਚੁੱਕ ਲਈ। ਮਾਂ ਨੂੰ ਰਾਤ ਨੀਂਦ ਕਿੱਥੋਂ ਆਉਣੀ ਸੀ? ਮਾਤਾ ਜੀ ਨੇ ਦੇਖ ਲਿਆ। ਕੇਵਲ ਸਵੇਰੇ ਜਦੋਂ ਇਹ ਦਰਵਾਜ਼ਾ ਖੋਲ ਕੇ ਅੰਦਰ ਆਇਆ ਤੇ ਮਾਤਾ ਜੀ ਨੇ ਇੱਕੋ ਗੱਲ ਆਖੀ, ਵੇ ਗੰਗੇ ਪੁੱਤ ਮਾਇਆ ਸਾਂਭ ਲਈ ਹੈ। ਬਸ ਇੰਨੀ ਗੱਲ ਤੋਂ ਇਹ ਬੋਲ ਕਬੋਲ ਬੋਲਣ ਲੱਗ ਪਿਆ। ਇਸ ਨੇ ਫਿਰ ਕੋਈ ਅੱਗਾ ਪਿੱਛਾ ਨਹੀਂ ਦੇਖਿਆ। ਮਾਂ ਜੀ ਨੇ ਬੜਾ ਯਤਨ ਕੀਤਾ, ਵੇ ਗੰਗੇ ਪੁੱਤ ਨਾ ਬੋਲ, ਨਾ ਰੌਲਾ ਪਾ, ਮਾਇਆ ਦੀ ਕੋਈ ਗੱਲ ਨਹੀਂ। ਪਰ ਇਹਦੇ ਦਿਮਾਗ ਵਿੱਚ ਹੁਣ ਇੱਕ ਨਵਾਂ ਫੁਰਨਾ ਆਇਆ ਕਿ ਮੈਂ ਹੁਣ ਸਰਕਾਰ ਦੇ ਕੋਲੋਂ ਵੀ ਪੈਸੇ ਲਵਾਂਗਾ। ਇਸ ਨੇ ਇਸੇ ਹੀ ਤਰ੍ਹਾਂ ਕੀਤਾ, ਚੌਧਰੀ ਨੂੰ ਦੱਸਿਆ ਤੇ ਚੌਧਰੀ ਨੂੰ ਕਿਹਾ ਕਿਤੇ ਬਾਗੀ ਦੇ ਪੁੱਤ ਇੱਥੋਂ ਚਲੇ ਨਾ ਜਾਣ, ਇਹਨਾਂ ਦੀ ਗ੍ਰਿਫਤਾਰੀ ਕਰਵਾ ਦਈਏ। ਤੇ ਕਾਲੀ ਦੇ ਨਾਲ ਮਰਿੰਡੇ ਗਿਆ ਔਰ ਜਾਨੀ ਖਾਂ ਮਾਨੀ ਖਾਂ ਨੂੰ ਲੈ ਆ, ਔਰ ਉਹਨਾਂ ਨੂੰ ਉਸ ਵੇਲੇ ਰਿਸ਼ਵਤ ਵੀ ਦਿੱਤੀ ਹੈ ਕਿ ਜਲਦੀ ਗ੍ਰਿਫਤਾਰ ਕਰ ਲਓ। ਇਹ ਇਤਿਹਾਸ ਹੁਣ ਲਗਭਗ 8 ਵਿਦਵਾਨਾਂ ਨੇ ਮਿਹਨਤ ਕਰਕੇ ਔਰ ਲਗਾਤਾਰ ਗਿਆਨੀ ਪਿੰਦਰਪਾਲ ਸਿੰਘ ਜੀ ਤੇ ਹੋਰ ਮਹਾਨ ਸੇਵਾਦਾਰਾਂ ਨੇ ਯਤਨ ਕੀਤਾ ਹੈ ਕਿ ਜਿੱਥੇ ਜਿੱਥੇ ਵੀ ਗੁਰੂ ਸਾਹਿਬ ਜੀ ਦੇ ਪਰਉਪਕਾਰੀ ਸਿੱਖ ਜਿਨ੍ਹਾਂ ਨੇ ਸੇਵਾ ਕੀਤੀ ਹੈ, ਉਸ ਅਸਥਾਨਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ। ਔਰ ਇਹ ਗੱਲ ਕੌਣ ਸੁਣ ਰਿਹਾ ਹੈ? ਬਾਬਾ ਬੰਦਾ ਸਿੰਘ ਬਹਾਦਰ। ਬਾਬਾ ਬੰਦਾ ਸਿੰਘ ਬਹਾਦਰ ਕਹਿੰਦਾ ਕਿ ਉਹ ਜਲਦੀ ਲੈ ਕੇ ਆਓ ਜਿਨ੍ਹਾਂ ਨੇ ਗੁਰੂ ਦੇ ਲਾਲਾਂ ਦੀ ਮਹਾਨ ਸੇਵਾ ਕੀਤੀ ਹੈ। ਔਰ ਜਦੋਂ ਮਾਤਾ ਲక్ష్ਮੀ ਆਈ ਹੈ ਨਾ, ਜਦੋਂ ਬਾਬਾ ਕਰਮੂ ਆਇਆ ਨਾ, ਹੁਣ ਮੈਂ ਉਹਨਾਂ ਨੂੰ ਬਾਬਾ ਕਰਮ ਸਿੰਘ ਵੀ ਆਖਾਂਗਾ ਕਿਉਂਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਹੱਥੋਂ ਉਸਨੇ ਅੰਮ੍ਰਿਤਪਾਨ ਵੀ ਕਰ ਲਿਆ। ਔਰ ਫਿਰ ਉਹ ਜੰਗਾਂ ਯੁੱਧਾਂ ਦੇ ਵਿੱਚ ਵੀ ਲੜਿਆ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ। ਔਰ ਪਰ ਕੌਮ ਦਾ ਬਾਦਸ਼ਾਹ ਅੱਜ ਮਾਤਾ ਲక్ష్ਮੀ ਦੇ ਪੈਰਾਂ ਵਿੱਚ ਆਪਣਾ ਸਿਰ ਰੱਖ ਦਿੰਦਾ ਹੈ। ਕਿੱਡੀ ਵੱਡੀ ਗੱਲ ਹੈ। ਕੌਮ ਦਾ ਬਾਦਸ਼ਾਹ। ਇਹ ਗੱਲ ਮਤਲਬ ਵੇਖੋ, ਇੰਨਾ ਬਾਬਾ ਬੰਦਾ ਸਿੰਘ ਬਹਾਦਰ ਦੇ ਹਿਰਦੇ ਦੇ ਵਿੱਚ ਦੁੱਖ ਸੀਗਾ ਕਿ ਸਾਹਿਬਜ਼ਾਦਿਆਂ ਨੂੰ ਕੋਹ ਕੇ ਸ਼ਹੀਦ ਕੀਤਾ ਗਿਆ, ਸਾਹਿਬਜ਼ਾਦਿਆਂ ਨੂੰ ਭੁੱਖੇ ਭਾਣੇ ਰਹਿਣਾ ਪਿਆ। ਪਰ ਕੌਮ ਦਾ ਬਾਦਸ਼ਾਹ ਮਾਤਾ ਲక్ష్ਮੀ ਦੇ ਚਰਨਾਂ ਵਿੱਚ ਸਿਰ ਰੱਖ ਕੇ ਕਹਿਣ ਲੱਗਾ, ਤੂੰ ਮਾਂ ਧੰਨ ਹੈ, ਤੂੰ ਸਾਹਿਬਜ਼ਾਦਿਆਂ ਦੀ ਸੇਵਾ ਕੀਤੀ। ਅੱਜ ਗੁਰੂ ਦੀ ਕਿਰਪਾ ਨਾਲ ਇਹ ਖਾਲਸਾ ਰਾਜ ਕਾਇਮ ਹੋਇਆ ਹੈ, ਪਰ ਅੱਜ ਸਾਡੇ ਕੋਲ ਸੇਵਾ ਨਹੀਂ, ਸੇਵਾ ਤੂੰ ਕਮਾਈ ਹੈ। ਇਹਨੂੰ ਚੰਗਾ ਘਰ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਨੇ ਦਿੱਤਾ। ਔਰ ਇਸੇ ਹੀ ਤਰ੍ਹਾਂ ਬਾਬਾ ਬੰਦਾ ਸਿੰਘ ਬਹਾਦਰ ਨੇ ਉਹ ਸਾਰੀਆਂ ਯਾਦਗਾਰਾਂ ਜਿਹੜੀਆਂ ਨੇ, ਮੈਂ ਤਾਂ ਬੇਨਤੀ ਕਰ ਰਿਹਾ, ਸਮਾਂ ਸੀਮਤ ਸੀ ਕਿ ਤੁਸੀਂ ਚਮਕੌਰ ਦੀ ਗੜੀ ਦਾ ਇਤਿਹਾਸ ਲਗਾਤਾਰ ਸੁਣਿਆ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਦੇ ਦਿਨ ਆਪ ਜੀ ਨੂੰ ਪਤਾ ਹੈ ਲੁਧਿਆਣੇ ਦੇ ਕੋਲ ਆਲਮਗੀਰ ਤੱਕ ਪਹੁੰਚ ਗਏ ਨੇ ਉੱਚ ਦਾ ਪੀਰ ਬਣ ਕੇ। ਇਤਿਹਾਸ ਲਗਾਤਾਰ ਆਪ ਜੀ ਨੂੰ ਪਤਾ ਟੀਵੀ ਤੇ ਵੀ ਚੱਲਿਆ ਹੈ। ਪਰ ਬਾਬਾ ਬੰਦਾ ਸਿੰਘ ਬਹਾਦਰ ਦਾ ਪੱਖ ਰੱਖਣਾ ਬੜਾ ਜ਼ਰੂਰੀ ਸੀਗਾ ਕਿ ਕੌਮ ਦਾ ਬਾਦਸ਼ਾਹ ਸਾਹਿਬਜ਼ਾਦਿਆਂ ਦੀ ਦਾਸਤਾਨ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਮੈਂ ਕਹਿੰਦਾ ਇਹ ਇਤਿਹਾਸ ਸੁਣ ਤੇ ਸੁਣਾਉਣ ਦੀ ਗਾਥਾ ਨਹੀਂ, ਇਹ ਤਾਂ ਅਹਿਸਾਸ ਕਰਨ ਦੀ ਗਾਥਾ ਹੈ। ਜੇ ਕਿਤੇ ਜਗਤ ਮਾਂ ਮਾਤਾ ਗੁਜਰ ਕੌਰ ਜੇ ਉਹਨਾਂ ਦਾ ਪੱਖ ਦੇਖਿਆ ਜਾਵੇ ਤਾਂ ਗਿਆਨੀ ਸੋਹਣ ਸਿੰਘ ਸੀਤਲ ਜੀ ਕਹਿੰਦੇ ਆ ਕਿ ਜੇ ਸੰਸਾਰ ਦੇ ਵਿੱਚ ਸਾਰੀਆਂ ਮਹਾਨ ਔਰਤਾਂ ਤੇ ਵਿਸ਼ਲੇਸ਼ਣ ਹੋਵੇ ਨਾ, ਇੱਕ ਆਗੂ ਦੇ ਤੌਰ ਤੇ, ਇੱਕ ਲੀਡਰ ਦੇ ਤੌਰ ਤੇ, ਇੱਕ ਮਾਂ ਦੇ ਤੌਰ ਤੇ,
ਇੱਕ ਪਤਨੀ ਦੇ ਤੌਰ ਤੇ। ਦੇਖੋ ਸੰਸਾਰ ਦੇ ਉੱਤੇ ਹਮੇਸ਼ਾ ਔਰਤ ਆਪਣੇ ਸਿਰ ਦੇ ਸਾਈਂ ਦੀ ਸਲਾਮਤੀ ਮੰਗਦੀ ਹੈ। ਇਹ ਉਹ ਜਗਤ ਮਾਂ ਹੈ ਜਿਹੜੀ ਆਪਣੇ ਹੱਥੀ ਆਪਣਾ ਸਿਰ ਦਾ ਸਾਈਂ ਵੀ ਤੋਰਦੀ ਹੈ ਤੇ ਕੇਵਲ ਵਾਪਸ ਸੀਸ ਆਉਂਦਾ ਹੈ ਔਰ ਦੋਵੇਂ ਹੱਥ ਜੋੜ ਕੇ ਅੱਖਾਂ ਗਿੱਲੀਆਂ ਨਹੀਂ ਹੁੰਦੀਆਂ, ਕੇਵਲ ਅਰਦਾਸ ਕਰਦੀ ਹੈ, ਸੁਆਮੀ ਜੀ ਤੁਹਾਡੀ ਨਿਭ ਗਈ ਹੈ ਤੇ ਮੇਰੀ ਨਿਭ ਜਾਵੇ। ਤੁਹਾਡੀ ਨਿਭ ਗਈ ਹੈ, ਮੇਰੀ ਨਿਭ ਜਾਵੇ। ਇਹ ਉਹ ਮਾਂ ਹੈ। ਇੱਕ ਪਤਨੀ ਦੇ ਤੌਰ ਤੇ, ਇੱਕ ਦਾਦੀ ਦੀ ਤੌਰ ਤੇ ਜੇ ਸੰਸਾਰ ਵਿੱਚ ਔਰਤਾਂ ਦਾ ਵਿਸ਼ਲੇਸ਼ਣ ਹੋਵੇਗਾ ਤੇ ਜਗਤ ਮਾਂ, ਇਸ ਮਾਂ ਦਾ ਨਾਮ ਸਭ ਤੋਂ ਉੱਪਰ ਆਵੇਗਾ। ਇਹ ਉਹ ਮਾਂ ਹੈ ਜਿਸ ਦੇ ਠੰਡੇ ਬੁਰਜ ਦੇ ਵਿੱਚ ਗੁਰਬਾਣੀ ਦਾ ਨਿੱਘ ਦਿੱਤਾ ਹੈ ਬੱਚਿਆਂ ਨੂੰ, ਜਿਹੜਾ ਅਸੀਂ ਅੱਜ ਆਪਣੇ ਪੋਤੇ ਪੋਤੀਆਂ ਨੂੰ ਨਹੀਂ ਦੇ ਰਹੇ। ਹੋਣਾ ਤਾਂ ਇਹ ਚਾਹੀਦਾ ਨਾ। ਇਹ ਤੇ ਉਪਰਾਲਾ ਗੁਰਦੁਆਰਾ ਸਾਹਿਬ ਜੀ ਦੀ ਪ੍ਰਬੰਧਕ ਕਮੇਟੀ ਨੇ ਕੀਤਾ। ਕੁਝ ਨੌਜਵਾਨ ਸਭਾਵਾਂ ਲੱਗੀਆਂ ਹੋਈਆਂ ਨੇ ਸੇਵਾ ਵਿੱਚ, ਪਰ ਕਿੰਨਾ ਚੰਗਾ ਹੋਵੇ 6-7 ਪੋਹ ਦੀ ਰਾਤ ਤੋਂ ਬਾਅਦ ਇੱਕ ਚਟਾਈ ਵਿਛਾ ਕੇ ਆਪਣੇ ਪੋਤੇ ਤੇ ਪੋਤੀਆਂ ਦੇ ਨਾਲ ਮਿਲ ਕੇ ਉਸ ਦਾਦੀ ਮਾਂ ਵਾਂਗ ਅਸੀਂ ਵੀ ਉਹਨਾਂ ਨੂੰ ਇਤਿਹਾਸ ਦੀਆਂ ਸਾਖੀਆਂ ਸੁਣਾਈਏ। ਇੱਕ ਜਪਜੀ ਸਾਹਿਬ ਦਾ ਪਾਠ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਔਰ ਉਹ ਮਹਾਨ ਸ਼ਹੀਦ ਸਿੱਖਾਂ ਦੀ ਯਾਦ ਵਿੱਚ ਔਰ ਇਸ ਵਿਖੜੇ ਸਮੇਂ ਦੇ ਵਿੱਚ ਜਿਹੜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਪਿੰਡੇ ਤੇ ਦੁੱਖ ਝੱਲੇ ਨੇ, ਉਹਨਾਂ ਦੇ ਪਿਆਰ ਵਿੱਚ ਇੱਕ ਜਪਜੀ ਸਾਹਿਬ ਤਾਂ ਮਿਲ ਕੇ ਕਰ ਹੀ ਸਕਦੀਆਂ ਨਾ। ਔਰ ਮੈਨੂੰ ਤਾਂ ਹੈਰਾਨੀ ਹੋਈ ਕਿ ਅੱਜ ਕੌਮ ਦੇ ਜਥੇਦਾਰ ਨੂੰ ਅਪੀਲ ਕਰਨੀ ਪੈਂਦੀ ਹੈ ਕਿ 10 ਵਜੇ ਸਿੱਖ ਕੋਲ ਟਾਈਮ ਹੀ ਹੈ ਨਹੀਂ ਤੇ 5 ਮਿੰਟ ਦਾ ਟਾਈਮ ਮੂਲ ਮੰਤਰ ਕਰੇ। ਇਹ ਦੇਖੋ ਸਾਡੀ ਤਰਾਸਦੀ। ਹੋਣਾ ਤਾਂ ਇਹ ਚਾਹੀਦਾ ਸੀਗਾ ਕਿ ਸਾਨੂੰ ਜਿਵੇਂ ਯਹੂਦੀ ਲੋਕ ਆਪਣੇ ਸ਼ਹੀਦਾਂ ਨੂੰ ਪਿਆਰ ਕਰਦੇ ਨੇ ਤੇ ਉਹਨਾਂ ਦੇ ਪਿਆਰ ਵਿੱਚ ਹਰ ਸਾਲ 5 ਮਿੰਟ, ਚਾਹੇ ਯਹੂਦੀ ਆਪਣੀ ਜ਼ਿੰਦਗੀ ਦਾ ਕੋਈ ਰੋਜ਼ਾਨਾ ਕੰਮਕਾਰ ਕਰ ਰਿਹਾ ਜਾਂ ਸਫ਼ਰ ਵਿੱਚ ਆ, ਕਿਤੇ ਵੀ ਹੈ, ਉਹ ਜਿੱਥੇ ਆ ਉੱਥੇ ਖੜਾ ਹੋ ਕੇ ਆਪਣੇ ਸ਼ਹੀਦਾਂ ਨੂੰ ਨਮਨ ਕਰਦਾ ਹੈ ਕਿ ਅੱਜ ਕੌਮ ਖੜੀ ਹੈ ਤੇ ਤੁਹਾਡੀਆਂ ਸ਼ਹਾਦਤਾਂ ਕਰਕੇ ਖੜੀ ਹੈ। ਉਹ ਉਸ ਦਿਨ ਪ੍ਰਣ ਕਰਦੇ ਨੇ ਕਿ ਅਸੀਂ ਹਰ ਆਪਣੇ ਬੱਚੇ ਨੂੰ ਆਪਣੇ ਧਰਮ ਤੋਂ ਜਾਣਕਾਰੀ ਦੇਵਾਂਗੇ, ਜਾਣੂ ਕਰਾਵਾਂਗੇ। ਇਹ ਕੇਵਲ ਤਾਂ ਕੇਵਲ ਮਾਤਾ ਗੁਜਰ ਕੌਰ ਦੀ ਗੁੜਤੀ ਸੀਗੀ ਕਿ ਨਿੱਕੀਆਂ ਜਿੰਦਾਂ ਵੱਡੇ ਸਾਕੇ। ਔਰ ਉਸ ਮਾਂ ਨੇ ਸਮਝਾਇਆ ਸੀ, ਜੋ ਉਪਜਿਓ ਸੋ ਬਿਨਸ ਹੈ, ਪਰੋ ਆਲਜ ਕੇ ਕਾਲ, ਨਾਨਕ ਹਰ ਗੁਣ ਗਾਏ ਲੈ, ਛਾੜ ਸਗਲ ਜੰਜਾਲ। ਨੀਹਾਂ ਵਿੱਚ ਖੜੇ ਕਰਨ ਤੱਕ ਵੀ ਦੁਸ਼ਮਣ ਇਹ ਸੋਚਦਾ ਸੀਗਾ ਕਿ ਇਹ ਬੱਚੇ ਬਦਲ ਜਾਣਗੇ, ਇਹ ਬੱਚੇ ਸਾਡੇ ਆਖੇ ਲੱਗ ਜਾਣਗੇ। ਐਸੀ ਭਰੀ ਕਚਹਿਰੀ ਸੀ ਜਿਹਦੇ ਵਿੱਚ ਲੰਮੀਆਂ ਲੰਮੀਆਂ ਦਾੜੀਆਂ ਵਾਲੇ ਬੜੇ ਵਡੇਰੀ ਉਮਰ ਦੇ ਕਾਜੀ ਵੀ ਸਨ ਤੇ ਹੋਰ ਵੀ ਵਜ਼ੀਰ ਖਾਨ ਦੀ ਕਚਹਿਰੀ ਵਿੱਚ ਪਤਾ ਨਹੀਂ ਕਿੰਨੇ ਕੁ ਵਿਦਵਾਨ ਹੋਣਗੇ। ਪਰ ਸੱਚੀ ਗੱਲ ਇਹ ਹੈ, ਸਾਹਿਬਜ਼ਾਦਿਆਂ ਦਾ ਜਿਹੜਾ ਕਚਹਿਰੀ ਵਿੱਚ ਆਉਣਾ ਸੀਗਾ ਨਾ, ਉਹ ਐਸਾ ਆਉਣਾ ਹੋਇਆ, ਸਾਰੇ ਦੇਖ ਰਹੇ ਸਨ ਤੇ ਸਾਹਿਬਜ਼ਾਦੇ ਜਦੋਂ ਕਚਹਿਰੀ ਵਿੱਚ ਕੋਈ ਪ੍ਰਭਾਵ ਨਹੀਂ ਕਬੂਲਿਆ, ਕਿਸੇ ਦਾ ਵੀ ਪ੍ਰਭਾਵ ਨਹੀਂ ਕਬੂਲਿਆ ਤੇ ਗੱਜ ਕੇ ਫਤਿਹ ਬੁਲਾਈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸਾਹਿਬਜ਼ਾਦਿਆਂ ਦੀ ਨਿਡਰਤਾ ਹੈ, ਇਹ ਸਾਹਿਬਜ਼ਾਦਿਆਂ ਦੇ ਅੰਦਰ ਸਿੱਖੀ ਸਿਧਾਂਤ ਹੈ ਕਿ ਅਨੇਕਾਂ ਐਸੇ ਡਰਾਵੇ ਤੇ ਲਾਲਚਾਂ ਤੋਂ ਉੱਪਰ ਸਾਹਿਬਜ਼ਾਦਿਆਂ ਨੇ ਕੇਵਲ ਤਾਂ ਕੇਵਲ ਧਰਮ ਨੂੰ ਪਹਿਲ ਦਿੱਤੀ। ਇਹ ਜਗਤ ਮਾਂ ਮਾਤਾ ਗੁਜਰ ਕੌਰ ਦੀ ਪ੍ਰੇਰਣਾ ਹੈ। ਔਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਿੱਥੇ ਅੰਮ੍ਰਿਤ ਦੀ ਦਾਤ ਲੈਣ ਵਾਲੇ ਵੀਰਾਂ ਨੂੰ ਸਿੰਘ ਦਾ ਖਿਤਾਬ ਦਿੱਤਾ, ਉੱਥੇ ਤੁਹਾਡੇ ਵਾਸਤੇ ਕੌਰ ਦਾ ਖਿਤਾਬ ਦਿੱਤਾ। ਇਹ ਮੇਰੀਆਂ ਰਾਜਕੁਮਾਰੀਆਂ ਨੇ। ਜੇ ਕੌਮ ਦੀ ਸੇਵਾ ਮਾਤਾ ਭਾਗੋ ਬਣ ਕੇ ਤੁਸੀਂ ਕਰਦੇ ਰਹੋਗੇ, ਆ ਮਹਾਰਾਣੀ ਜਿੰਦ ਕੌਰ ਦਾ ਪੁੱਤਰ 5 ਸਾਲ ਦੀ ਉਮਰ ਚ ਗੋਰੇ ਅੰਗਰੇਜ਼ ਜਿਹੜੇ ਸੀਗੇ ਉਹ ਇੰਗਲੈਂਡ ਲੈ ਗਏ ਸੀਗੇ ਔਰ ਉਸ ਨੂੰ ਈਸਾਈ ਬਣਾ ਲਿਆ। ਇਧਰ ਮਾਂ ਰੋ ਰੋ ਕੇ ਅੰਨੀ ਹੋ ਗਈ ਤੇ ਤੜੀ ਪਾਰ ਭਾਵ ਦੇਸ਼ ਨਿਕਾਲਾ ਦੇ ਦਿੱਤਾ ਅੰਗਰੇਜ਼ਾਂ ਨੇ। ਨੇਪਾਲ ਰਹਿੰਦੀ ਸੀਗੀ, ਪਹਿਲੀ ਵਾਰ ਕਲਕੱਤੇ ਮਿਲਣੀ ਹੋਈ ਹੈ। ਔਰ ਜਦੋਂ ਜੱਫੀ ਪਾਈ ਨਾ ਕਮਰ ਕੱਸੇ ਚ ਸ੍ਰੀ ਸਾਹਿਬ ਨਹੀਂ, ਮਨ ਡੋਲ ਗਿਆ। ਫਿਰ ਹੌਲੀ ਹੌਲੀ ਜਦੋਂ ਉਸ ਦਲੀਪ ਸਿੰਘ ਦੇ ਸਿਰ ਤੇ ਹੱਥ ਫੇਰਿਆ ਤੇ ਗੁਰੂ ਨਾਨਕ ਸਾਹਿਬ ਜੀ ਦੀ ਸਿੱਖੀ ਸਿਰ ਤੇ ਨਹੀਂ ਸੀ। ਤੇ ਇਸ ਤਰ੍ਹਾਂ
ਜ਼ੋਰ ਨਾਲ ਧੱਕਾ ਦੇ ਕੇ ਦਲੀਪ ਸਿੰਘ ਨੂੰ ਸੁੱਟ ਦਿੱਤਾ, ਤੂੰ ਮੇਰਾ ਪੁੱਤ ਨਹੀਂ, ਤੂੰ ਮੇਰਾ ਪੁੱਤ ਨਹੀਂ। ਇਹਦੇ ਨਾਲੋਂ ਮੈਂ ਬੇਔਲਾਦ ਰਹਿੰਦੀ ਚੰਗਾ ਸੀ। ਮੈਂ ਇਹ ਵੇਖੋ, ਇਹ ਸਪਿਰਿਟ, ਇਹ ਜਜ਼ਬਾ ਜਿਹੜਾ ਨਾ ਸਾਡੀਆਂ ਭੈਣਾਂ, ਮਾਤਾਵਾਂ ਤੇ ਦਾਦੀਆਂ ਭਰ ਸਕਦੀਆਂ ਨੇ। ਔਰ ਅਸੀਂ ਤਾਂ ਗੁਰਮਤਿ ਕੈਂਪਾਂ ਵਿੱਚ ਜਾਂਦੇ ਆ ਲਗਾਤਾਰ, ਗੁਰਬਾਣੀ ਸੰਥਿਆ ਦੀਆਂ ਕਲਾਸਾਂ 'ਚ, ਜਿੱਥੇ ਸਿੱਖ ਮਾਇਆਧਾਰੀ ਹੋ ਜਾਂਦਾ, ਉਹ ਸੋਚਦਾ ਹੁਣ ਸਿੱਖੀ ਨਾਲ ਮੇਰਾ ਨਾਤਾ ਤੇ ਕੇਵਲ ਗੁਰਦੁਆਰੇ ਮੱਥਾ ਟੇਕਣ ਨਾਲ ਹੈ। ਮੈਂ ਕਹਿੰਦਾ ਸਤਿਗੁਰੂ ਤੁਹਾਨੂੰ ਹੋਰ ਬਖਸ਼ਿਸ਼ਾਂ ਕਿਰਪਾ ਕਰੇ, ਹੋਰ ਮਹਾਰਾਜ ਜੀ ਤਰੱਕੀਆਂ ਬਖਸ਼ਿਸ਼ ਕਰੇ, ਕਾਰੋਬਾਰ ਹੋਰ ਤੁਹਾਡੇ ਵਧਣ। ਪਰ ਤੁਸੀਂ ਸੱਚ ਜਾਣਿਓ, ਗੋਰੇ ਲਿਖਦੇ ਨੇ ਕਿ ਜਦੋਂ ਹਰਮੰਦਰ ਸਾਹਿਬ ਦੀ ਸੇਵਾ 1877 ਵਿੱਚ ਕਾਰ ਸੇਵਾ ਹੋਈ ਸੀ ਕਿ ਨਾ, ਤੇ ਉਸ ਵੇਲੇ ਕਹਿੰਦੇ ਸੀਗੇ ਵੀ ਬੜੇ ਬੜੇ ਜਿਹੜੇ ਸਾਡੇ ਰਾਜੇ ਮਹਾਰਾਜੇ ਉਸ ਵੇਲੇ ਜਗੀਰਦਾਰ ਸਨ, ਔਰ ਖਾਸ ਤੌਰ ਤੇ ਲਾਹੌਰ ਤੋਂ, ਗੁਜਰਾਂਵਾਲਾ ਤੋਂ ਉਸ ਵੇਲੇ ਸਾਰਾ ਜਿਹੜਾ ਹਿੰਦੁਸਤਾਨ ਇਕੱਠਾ ਹੀ ਸੀ। ਤੇ ਕਹਿੰਦੇ ਐਡੇ ਐਡੇ ਕੀਮਤੀ ਦਿਸ਼ਾਲੇ, ਇੰਨੇ ਕੀਮਤੀ ਵਸਤਰ ਹੁੰਦਿਆਂ ਹੋਇਆਂ ਵੀ ਕਹਿੰਦੇ ਐਵੇਂ ਲੱਗਾ ਕਿ ਆਕਾਸ਼ ਤੋਂ ਪਰੀਆਂ ਆਣ ਕੇ ਹਰਮੰਦਰ ਸਾਹਿਬ ਸੇਵਾ ਕਰ ਰਹੀਆਂ। ਕਿਉਂ? ਗੁਰੂ ਨੇ ਕਿਹਾ ਇਹ ਮੇਰੀਆਂ ਰਾਜਕੁਮਾਰੀਆਂ ਨੇ। ਇਹਨਾਂ ਤੇ ਮੈਨੂੰ ਬੜਾ ਮਾਣ ਹੈ। ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਜਾਨ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਵਡਿਆਈ ਤੁਹਾਡੀ ਝੋਲੀ ਵਿੱਚ ਪਾਈ ਹੈ। ਤੇ ਅਸੀਂ ਕੈਂਪ ਵਿੱਚ ਗਏ ਰਾਏਗੜ੍ਹ, 80 ਭੈਣਾਂ ਨੇ 2 ਮਹੀਨੇ ਸੇਵਾ ਕੀਤੀ ਤੇ ਕੇਵਲ ਇੰਨੀ ਜੋਦੜੀ ਕੀਤੀ ਕਿ ਅੰਮ੍ਰਿਤ ਦੀ ਦਾਤ ਲੈ ਲਓ। ਤੇ ਸਾਡੀਆਂ ਧੀਆਂ ਇਸ ਕਰਕੇ ਬੇਮੁਖ ਹੋ ਗਈਆਂ, ਕੱਲੀਆਂ ਧੀਆਂ ਨਹੀਂ, ਜਿਹੜੀਆਂ ਦਾਦੀਆਂ ਤੇ ਨਾਨੀਆਂ ਬਣ ਗਈਆਂ ਐ, ਉਹ ਵੀ ਕਹਿੰਦੀਆਂ ਸਨ ਕਿ ਜੇ ਆਪਾਂ ਬਿਊਟੀ ਪਾਰਲਰ ਨਾ ਜਾਵਾਂਗੇ ਤੇ ਫੇਸ ਖਰਾਬ ਹੋ ਜਾਂਦਾ, ਭਾਈ ਸਾਹਿਬ ਜੀ ਅੰਮ੍ਰਿਤ ਕਿਵੇਂ ਛਕੀਏ। ਤੇ ਜੇ ਅੱਜ ਦੀ ਨਾਨੀ, ਜੇ ਅੱਜ ਦੀ ਦਾਦੀ, ਜੇ ਅੱਜ ਦੀ ਮਾਂ ਇਹੋ ਜਿਹਾ ਜੀਵਨ ਰੱਖੇਗੀ ਤੇ ਉਸ ਦੀ ਕੁੱਖ ਚੋਂ ਜਾਂ ਉਸ ਸਮਝ ਲਓ ਕਿ ਵਿਰਸੇ, ਜਿਹੜਾ ਵਿਰਸਾ ਸਾਹਿਬਜ਼ਾਦਿਆਂ ਨੇ, ਜਿਹੜਾ ਵਿਰਸਾ 18ਵੀਂ ਸਦੀ ਦੇ ਸਿੱਖਾਂ ਨੇ ਸਿਰਜਿਆ, ਉਹੋ ਜਿਹੇ ਸ਼ਹੀਦ ਤੁਸੀਂ ਕਿਵੇਂ ਪੈਦਾ ਕਰੋਗੀਆਂ। ਅਸੀਂ ਸ਼ਹੀਦਾਂ ਦੇ ਵਾਰਸ ਹਾਂ, ਪਰ ਸਿੱਖੀ ਤਾਂ ਅੱਗੇ ਵੱਧਦੀ ਹੈ ਜੇ ਉਹ ਸ਼ਹਾਦਤਾਂ ਦੇਣ ਵਾਲੇ ਮਰਜੀਵੜੇ ਅੱਜ ਵੀ ਪੈਦਾ ਹੋਣ। ਉਹ ਤਾਂ ਪੈਦਾ ਹੋ ਸਕਦੇ ਨੇ, ਜਨਨੀ ਜਨੇ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਜੇ ਮਾਂ ਭਗਤ ਪੈਦਾ ਨਹੀਂ ਕਰ ਸਕਦੀ, ਦਾਨੀ ਨਹੀਂ ਪੈਦਾ ਕਰ ਸਕਦੀ, ਸੂਰਮਾ ਨਹੀਂ ਪੈਦਾ ਕਰ ਸਕਦੀ, ਤੇ ਫੇਰ ਤਾਂ ਜੋਬਨ ਹੀ ਖਰਾਬ ਕੀਤਾ ਹੈ। ਸੰਸਾਰ ਦੇ ਉੱਤੇ ਆਣ ਕੇ ਉਸ ਮਾਂ ਦਾ ਨਾਂ ਰੋਸ਼ਨ ਹੁੰਦਾ ਹੈ ਜਿਹਦਾ ਪੁੱਤ ਕੋਈ ਧਰਮ ਦਾ ਕਾਰਜ ਕਰੇ, ਕੋਈ ਪਰਉਪਕਾਰੀ ਜੀਵਨ ਬਤੀਤ ਕਰੇ। ਤੇ ਮੈਂ ਬੇਨਤੀ ਕਰਾਂ, ਕਿਸੇ ਦੇ ਮਨ ਨੂੰ ਠੇਸ ਲੱਗੀ ਹੈ ਤੇ ਦੋਵੇਂ ਹੱਥ ਜੋੜ ਕੇ ਮਾਫੀ, ਪਰ ਗੁਰੂ ਦੀ ਪਹੁਲ ਲੈ ਕੇ, ਕਿਉਂ ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਅਸੀਂ ਸੋਚਦੇ ਆ ਅੰਮ੍ਰਿਤ ਦੀ ਸੰਭਾਲ ਔਖੀ ਹੈ, ਸੱਚ ਜਾਣਿਓ ਅਸੀਂ ਅੰਮ੍ਰਿਤ ਦੀ ਸੰਭਾਲ ਜੋਗੇ ਨਹੀਂ ਹੋਏ, ਸਗੋਂ ਇਸ ਅੰਮ੍ਰਿਤ ਨੇ, ਇਸ ਗੁਰੂ ਨੇ ਸਾਡੀ ਸੰਭਾਲ ਕਰਨੀ ਹੈ। ਜੇ ਅੰਮ੍ਰਿਤ ਦੀ ਦਾਤ ਲੈ ਕੇ ਜੀਵਨ ਬਤੀਤ ਕਰਾਂਗੇ, ਫਿਰ ਸਾਡੇ ਪਰਿਵਾਰ ਦੇ ਵਿੱਚ ਐਸੇ ਸੰਸਕਾਰੀ ਬੱਚੇ ਹੋਣਗੇ। ਅੱਜ ਤਾਂ ਸੰਸਕਾਰ ਹੀ ਨਹੀਂ ਰਹਿ ਗਏ ਬੱਚਿਆਂ ਦੇ ਕੋਲ। ਅੱਜ ਇਸ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਫਤਿਹ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਤੇ ਅੱਜ ਸਵੇਰੇ ਸਵੇਰੇ ਮੈਨੂੰ ਕਥਾ ਕਰਨ ਦਾ ਸਿੰਬਲ ਮੌਕਾ ਮਿਲਿਆ, ਤੇ ਇੱਕ ਬਜ਼ੁਰਗ 100 ਸਾਲ ਦਾ ਜਿਹੜਾ ਗੁਰਦੁਆਰੇ ਸਾਹਿਬ ਨਹੀਂ ਆ ਸਕੇ, ਤੇ ਮੈਂ ਉਹਨਾਂ ਦੇ ਕੋਲ ਮਿਲਣ ਵਾਸਤੇ ਚਲਾ ਗਿਆ। ਪ੍ਰੇਮ ਸੀਗਾ, ਤੇ 100 ਸਾਲ ਦੇ ਬਜ਼ੁਰਗ ਨੇ, ਆਪ ਮੰਜੇ ਤੇ ਹੈ ਔਰ ਮੈਡੀਕਲ ਟ੍ਰੀਟਮੈਂਟ ਚੱਲ ਰਿਹਾ ਹੈ, ਤੇ ਕਹਿੰਦੇ ਮੈਂ ਸਵੇਰੇ 4 ਵਜੇ ਦਾ ਸਾਰਾ ਪਰਿਵਾਰ ਗੁਰਦੁਆਰੇ ਭੇਜਿਆ। ਮੈਂ ਕਹਿੰਦਾ ਇਸ ਕਰਕੇ ਭੇਜਿਆ ਕਿ ਜੇ ਅੱਜ ਮੇਰੇ ਧੀਆਂ ਪੁੱਤਰ, ਅੱਜ ਮੇਰੇ ਪੋਤੀਏ ਪੋਤੀਆਂ ਗੁਰਦੁਆਰੇ ਸੇਵਾ ਕਰਨਗੇ ਨਾ, ਤੇ ਫਿਰ ਸਦਾ ਹੀ ਸਾਡੀ ਝੋਲੀ ਵਿੱਚ ਸੁੱਖ ਪੈਣਗੇ। ਇਹ 100 ਸਾਲ ਦੇ ਬਜ਼ੁਰਗ ਦੀ ਅੱਖਾਂ ਭਰ ਆਇਆ ਉਹ ਬਜ਼ੁਰਗ ਕਿ ਅੱਜ ਮੈਂ ਗੁਰਦੁਆਰੇ ਸਾਹਿਬ ਜਾ ਕੇ ਸੇਵਾ ਨਹੀਂ ਕਰ ਸਕਿਆ। ਤੇ ਜੇ ਅਸੀਂ ਆਪਣੇ ਬੱਚਿਆਂ ਨੂੰ ਨਾਲ ਲੈ ਕੇ ਆਉਂਦੇ, ਇਸ ਵਿਰਸੇ ਬਾਰੇ ਦੱਸਦੇ, ਤਾਂ ਫਿਰ ਅੱਜ ਅਸੀਂ ਗੁਰੂ ਸਾਹਿਬ ਜੀ ਦੇ ਉਸ ਮਹਾਨ ਸਿਧਾਂਤ ਤੋਂ ਬੱਚਿਆਂ ਨੂੰ ਜਾਣੂ ਕਰਵਾ ਕੇ ਗੁਰੂ ਦੀ ਖੁਸ਼ੀ ਵੀ ਲੈਂਦੇ, ਤੇ ਇਸ ਜੀਵਨ ਦੇ ਵਿੱਚ ਸੁਰਖਰੂ ਵੀ ਹੁੰਦੇ। ਕਿਉਂਕਿ ਸਾਡੇ ਜਨਮ ਸਮੇਂ ਹੀ ਸਾਡੇ ਸਿਰ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਇੱਕ ਕਰਜ਼ਾ ਹੈ। ਕੋਈ ਦਿਨ ਮੁਹਰਮ ਦਾ ਮੰਨਦਾ ਏ,
ਵੱਡੇ ਦਿਨ ਦਾ ਕੋਈ ਧਿਆਨ ਧਰਦਾ, ਦਿਨ ਪੋਹਦੇ ਸਾਨੂੰ ਭੁੱਲਦੇ ਨਹੀਂ, ਡਿੱਠਾ ਜਦੋਂ ਦਸ਼ਮੇਸ਼ ਨੂੰ ਦਾਨ ਕਰਦਾ। ਜਦੋਂ ਵੇਖਿਆ ਦਸ਼ਮੇਸ਼ ਨੇ ਇਸ ਪਰਿਵਾਰ ਵੱਲ ਵੇਖ ਕੇ ਕਿਹਾ ਸੀਗਾ, ਸੁਖੀ ਬਸੇ ਮੋਰੋ ਪਰਿਵਾਰਾ, ਮੇਰਾ ਜੁਝਾਰ ਸਿੰਘ थे चार अब दो हैं, सहर जे भी ना होंगे हम शुक्र करेंगे, अगर जे भी ना होंगे। और चार जदों वारे गए ना, और आप जी नूं पता ही है कि जदों गुरु गोबिंद सिंह महाराज जी इत्थे लम्मे जटपुरे पहुंच जाते ने, ते इत्थे ही राय कल्ले ने अपना साथी भेज के सारा जिहड़ा हाल जिहड़ा सीगा ना उस वेले सुनाया। और जदों सुनिया, गुरु गोबिंद सिंह महाराज जी ने अपने तीर दे नाल काई दा बूटा पुट के कहा सीगा, अज मुगलिया हुकूमत दी जड़ पुट्टी गई है। और सच होया, गुरु गोबिंद सिंह महाराज जी दे खालसे ने फिर तुहानू पता काबल तक राज कीता है। और ये गुरु गोबिंद सिंह महाराज जी दियां बख्शिशां रहमतां दे पात्र असी तां बन सकते हैं, गुरु नानक दे घर विच सुरखरू तां हो सकते हैं। घट्टो घट मैं मिनिमम कह रहा कि घट तो घट साडा बच्चा जपजी साहब कंठ करे, जपजी साहब कंठ करे। गुरु तेग बहादुर महाराज जी का शहीदी दिहाड़ा आउंदा है, उन्हां दा 400 साला प्रकाश दिहाड़ा अप्रैल विच मनाया जाता है। ते मेरी बेनती है, घट तो घट गुरु तेग बहादुर महाराज जी दे पावन श्लोक कंठ होण। ये गुण गोबिंद गायो नहीं जन्म आकार चकीन, ये बाणी साडा हिस्सा बन जाए। और गुरु हरराय साहब जी का प्रकाश दिहाड़ा जनवरी च आ रहा है, गुरु हरकृष्ण महाराज जी का प्रकाश दिहाड़ा आउंदा है, कोई किसी भी गुरु साहब जी का प्रकाश दिहाड़ा आउंदा है। मैं बेनती की और गुरु घर के रागियां ने प्रवान भी कर ली, मेरे नाल भाई जगतार सिंह जी के साथी भाई गुरसेवक सिंह ने। इस वार गुरमत समागम साहिबजादियां दा केवल बच्चियां नूं गुरमत सिखाउण वास्ते छोटियां कवितावां 15 दिन की क्लास अपने मुहल्ले विच आयोजित करो। अपने घर विच 4 बच्चियां नूं बिठा के 15 दिन इस विरसे नाल जोड़ो, ते फिर बच्चियां नूं कुछ वधिया सन्मान दो, कोई 1-1 हज़ार 2-2 हज़ार रुपए का गिफ्ट दो। असी दुनियावी चीज़ां वास्ते तू पढ़ लै, इत्थे पहुंच जाए, और किड्डे किड्डे कीमती गिफ्ट दिंदे आ। मैनूं पता तुसी कारां तक भी ते स्कूटियां तक भी गिफ्ट करदे जे, पर किन्ना चंगा होवे बच्चा धर्म नाल जुड़े ते तुसी हारमोनीयम लिया के ना बच्चे नूं तबला लिया के दो, बच्चे नूं ओहदे धर्म की दुनिया दे विच जोड़न वास्ते कोई इस तरह का भी उपराला करो। कल भी एक गुरसिख आए सन 5 मैंबरी कमेटी इत्थे अकाली कौर सिंह जी, तो मैं उन्होंने बेनती की सीगी कि बच्चे का हर समा तुसी जोड़ दो गुरुद्वारे साहब। बच्चे का जन्म दिन है ते उस दे जन्म दिन ते ओ बच्चा 7 दिन भावें हरमंदर साहब बर्तना च सेवा करे, भावें ओ 2 दिन पिंगलवाड़े जाके सेवा करे, भावें ओ निजी गुरुद्वारा कोई लोकल है अपने शहर का अपने महल्ले का, उत्थे 2 दिन घट तो घट बच्चा सेवा करे। असी बच्चे का आनंद कारज आउंदा हुंदा ते डीजे वजाउने आ, ते साडे नालों हज़ारां किलोमीटर दूर बच्चे जिहड़े विआहे जांदे ने, जिन्हां दे आनंद कारज हुंदे ने उड़ीसा आंध्रा छत्तीसगढ़, बच्चे का आनंद कारज हुंदा है तो सब तो पहला हरमंदर साहब मत्था टेकदे ने, खरीददारी उत्थों शुरू करदे ने, ते बच्चे का आनंद कारज हुंदा है ते 15 दिन गुरुद्वारे सेवा करके जांदे ने। असी बच्चों नूं समझाइए कि यह साडा केंद्री अस्थान है, इत्थे असी जुड़ के रहना है, ते जे कौमां अपने केंद्री स्थान नाल जुड़ियां रहणगियां ते कौमां दी तरक्की है। गरीब नवाज सतगुरु गुरु ग्रंथ साहब महाराज जी कृपा कर, हम अपनी जाने देकर औरों की जाने बचा चले, सिक्खी की नींव हम सिरों पर उठा चले, गुरियाई का किस्सा जहां में बना चले, सिंघों की सल्तनत का पौधा लगा चले। साहबजादियां ने सानू इन्ना उच्चा किया है, जिन्ना भी मान करिए उन्ना घट है। आओ गरीब नवाज धन गुरु गोबिंद सिंह महाराज जी के परोपकारां नू याद करिए। उत्थे नाल दे नाल ही एक उपराला किया है, जिथे आपां शहीदां नू प्रणाम करना है, उत्थे असीं बाबा टोडर मल उन्हां दा भी जिक्र करना अज बहुत ही जरूरी है, जिन्हां ने अपना जीवन सफला किया ही साहबजादियां दा संस्कार करके। अज उन्हां दा भी जिक्र करना बड़ा जरूरी है। धन मोती
ਜਿਨ ਪੁੰਨ ਕਮਾਇਆ, ਗੁਰ ਲਾਲਾਂ ਤਾਹੀਂ ਦੁੱਧ ਪਿਆਇਆ। ਇਹ ਸਭਾਵਾਂ ਸਾਰੀਆਂ ਜਿਹੜੀਆਂ ਨੇ 29 ਤਰੀਕ ਨੂੰ ਗੁਰਦੁਆਰਾ ਗੁਰੂ ਨਾਨਕ ਮਿਸ਼ਨ ਏਅਰਪੋਰਟ ਦੇ ਸਾਹਮਣੇ ਤੋਂ ਚੱਠੇ ਮਿਲ ਤੱਕ ਬਾਬਾ ਮੋਤੀ ਰਾਮ ਮਹਿਰਾ, ਬਾਬਾ ਟੋਡਰ ਮੱਲ, ਬਾਬਾ ਕੰਮੋ ਮਾਸ਼ਕੀ, ਮਾਤਾ ਲక్ష్ਮੀ ਤੇ ਅਨੇਕਾਂ ਐਸੇ ਧੰਨ ਗੁਰੂ ਪਿਆਰੇ, ਗੱਜ ਕੇ ਆਖੋ ਧੰਨ ਗੁਰੂ ਪਿਆਰੇ, ਜਿਨ੍ਹਾਂ ਨੇ ਆਪਣਾ ਜੀਵਨ ਸਿੱਖੀ ਦੇ ਲੇਖੇ ਲਾ ਦਿੱਤਾ। ਉਹਨਾਂ ਦੀ ਯਾਦ ਵਿੱਚ ਅਸੀਂ ਇੱਕ ਚੇਤਨਾ ਮਾਰਚ ਕਰਨਾ ਚਾਹੁੰਦੇ ਹਾਂ। ਔਰ ਪਿੱਛੇ ਵੀ ਅਸੀਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਯਾਦ ਵਿੱਚ ਚੇਤਨਾ ਮਾਰਚ ਕੀਤਾ ਸੀ, ਜਿਹਦੇ ਵਿੱਚ 52 ਬੱਚਿਆਂ ਨੇ ਵੱਖਰੇ ਵੱਖਰੇ ਸ਼ਲੋਕ ਤੇ ਸ਼ਬਦ ਜਿਹੜੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਆਪਣੇ ਚਾਰਟ ਤੇ ਤਿਆਰ ਕੀਤੇ ਸੀਗੇ ਤੇ ਹੱਥਾਂ 'ਚ ਲੈ ਕੇ ਉਹ ਸਾਰੇ ਹੀ ਮਹੱਲੇ ਵਿੱਚ ਘੁੰਮੇ ਸੀਗੇ। ਸਾਡੇ ਬੱਚੇ ਜਿਹੜੇ ਨਾ ਹਿੱਸਾ ਬਣਨ, ਮੇਰੀ ਬੇਨਤੀ ਹੈ। ਅਸੀਂ ਗੁਰਦੁਆਰੇ ਆਉਂਦੇ ਆ, ਪਰ ਇਨਵੋਲਵਮੈਂਟ ਜਿਹੜੀ ਆ ਨਾ, ਉਹ ਬੱਚਿਆਂ ਦੀ ਸ਼ਮੂਲੀਅਤ ਜਿਹੜੀ ਆ ਉਹ ਬੱਚਿਆਂ ਦੀ ਵਧਣੀ ਚਾਹੀਦੀ ਆ ਹਰ ਕਾਰਜ ਵਿੱਚ, ਧਰਮ ਦੇ ਖੇਤਰ ਵਿੱਚ, ਕਿਉਂਕਿ ਆਉਣ ਵਾਲੀ ਸਾਡੀ ਜਿਹੜੀ ਪੀੜ੍ਹੀ ਹੈ ਨਾ, ਜੇ ਉਹ ਸਿੱਖੀ ਨਾਲ ਧਰਮ ਨਾਲ ਜੁੜੀ ਰਹੇਗੀ ਤੇ ਇਸੇ ਹੀ ਤਰ੍ਹਾਂ ਖਾਲਸੇ ਦੇ ਬੋਲ ਬਾਲੇ ਹੋਣਗੇ। ਗਰੀਬ ਨਵਾਜ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਿਰਪਾ ਕਰਨ, ਆਪ ਜੀ ਦੀ ਝੋਲੀਆਂ ਵਿੱਚ ਹਰ ਸੁੱਖ ਪਾਉਣ ਜੋ ਗੁਰੂ ਸਾਹਿਬ ਜੀ ਨੇ ਤੁਹਾਡੇ ਲਈ ਮੰਗਿਆ ਸੀਗਾ। ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਇਹ ਮਹਾਰਾਜ ਨੇ ਸੁੱਖ ਮੰਗਿਆ, ਤੁਹਾਡੇ ਬੱਚੇ ਬੱਚੀਆਂ ਵਿਦਿਆ ਦੀ ਦਾਤ ਲੈ ਕੇ ਉੱਚੇ ਉੱਚੇ ਅਹੁਦਿਆਂ ਤੇ ਜਾ ਕੇ ਸਿੱਖੀ ਦਾ ਨਾਮ ਤੇ ਤੁਹਾਡਾ ਨਾਮ ਰੌਸ਼ਨ ਕਰਨ। ਬਹੁਤ ਬਹੁਤ ਧੰਨਵਾਦ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ, ਗੁਰੂ ਕੀ ਸੰਗਤ ਦਾ, ਪ੍ਰਬੰਧਕ ਸਾਹਿਬਾਨਾਂ ਦਾ, ਗੁਰੂ ਕੇ ਵਜ਼ੀਰ ਭਾਈ ਸਾਹਿਬ ਭਾਈ ਰਣਜੀਤ ਸਿੰਘ, ਭਾਈ ਕੁਲਬੀਰ ਸਿੰਘ ਜੀ, ਔਰ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪਿੰਦਰ ਸਿੰਘ ਜੀ, ਜੋ ਕਿ ਜੰਮੂ ਕਸ਼ਮੀਰ ਸਿੱਖ ਮਿਸ਼ਨ ਦੇ ਇੰਚਾਰਜ ਨੇ, ਇਹਨਾਂ ਦੇ ਨਾਲ ਕਰੀਬਨ 10 ਪ੍ਰਚਾਰਕ ਨੇ, ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰਦੇ ਨੇ, ਕਲਾਸਾਂ ਲਗਾਉਂਦੇ ਨੇ। ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਦੇ ਦਿਨ ਛੋਟੇ ਸਾਹਿਬਜ਼ਾਦੇ ਸਰਹੰਦ ਦੇ ਵਿੱਚ ਨੀਹਾਂ ਵਿੱਚ ਚਿਣੇ ਗਏ, ਜਿਨ੍ਹਾਂ ਨੂੰ ਮਾਤਾ ਨੇ ਕਰੀਬਨ 3 ਰਾਤਾਂ ਬੁਰਜ ਦੇ ਵਿੱਚ ਮਾਤਾ ਉਹਨਾਂ ਗੁਰੂ ਸਾਹਿਬਾਨ ਦੀਆਂ ਉਹ ਸਾਖੀਆਂ ਸੁਣਾ ਕੇ ਉਹਨਾਂ ਦਾ ਹਿਰਦਾ ਇਤਨਾ ਪੱਕਾ ਕਰ ਚੁੱਕੇ ਸਨ। ਜਿਹੜੇ ਬੱਚੇ ਕਚਹਿਰੀ ਦੇ ਵਿੱਚ ਜਾ ਕੇ ਡੋਲੇ ਨਹੀਂ, ਪਰ ਅੱਜ ਸ਼ਾਮਾਂ ਨੂੰ ਬੱਚੇ ਪਰਤੇ ਨੇ ਕਿ ਮਾਂ ਫਤਵਾ ਜਾਰੀ ਹੋ ਗਿਆ, ਸਵੇਰੇ ਅਸੀਂ ਸ਼ਹੀਦ ਹੋ ਜਾਣਾ ਹੈ। ਮਾਂ ਸਾਰੀ ਰਾਤ ਬੱਚਿਆਂ ਨੂੰ ਸੀਨੇ ਨਾਲ ਲਾ ਕੇ ਉਸ ਪਰਮਾਤਮਾ ਦੇ ਨਾਲ ਜੁੜੀ ਰਹੀ ਤੇ ਸਿੱਖਿਆਵਾਂ ਦਿੰਦੀ ਰਹੀ। ਉਸ ਨੂੰ ਸਾਰੀ ਉਹ ਜੀਵਨ ਦੀ ਵਾਰਤਾ ਸਾਹਮਣੇ ਆ ਗਈ ਜਦੋਂ ਗੁਰੂ ਹਰਗੋਬਿੰਦ ਪਾਤਸ਼ਾਹ ਬਰਾਤ ਲੈ ਕੇ ਆਏ ਨੇ ਆਪਣੇ ਬੇਟੇ ਗੁਰੂ ਤੇਗ ਬਹਾਦਰ ਜੀ ਦੀ। ਕਰਤਾਰਪੁਰ ਦੇ ਵਿੱਚ ਆਨੰਦ ਕਾਰਜ ਹੋਇਆ। ਬਕਾਲੇ ਦੇ ਵਿੱਚ ਕਰੀਬਨ 26 ਸਾਲ ਸੇਵਾ ਨਿਭਾਈ। ਫਿਰ ਉਹ ਸਮਾਂ ਵੀ ਚੇਤੇ ਆਇਆ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦਾ ਸੀਸ ਅਨੰਦਪੁਰ ਸਾਹਿਬ ਪਹੁੰਚਿਆ। ਉਹ ਸਮਾਂ ਵੀ ਚੇਤੇ ਆਇਆ ਜਦੋਂ ਜੀਦੋ ਰਾਣੀ ਨੂਰ ਰਾਣੀ ਚੜ੍ਹਾਈ ਕਰ ਗਈ ਤੇ ਛੋਟੇ ਛੋਟੇ ਬੱਚੇ ਗੋਦ ਵਿੱਚ ਛੱਡ ਗਏ। ਸਾਰਾ ਸਮਾਂ, ਸਾਰੀ ਪਿਕਚਰ ਉਸ ਰਾਤ ਮਾਂ ਦੇ ਸਾਹਮਣੇ ਆਈ। ਅੰਮ੍ਰਿਤ ਵੇਲਾ ਹੋਇਆ, ਬੱਚਿਆਂ ਨੂੰ ਤਿਆਰ ਕੀਤਾ। ਅੱਜ ਬੱਚਿਆਂ ਦਾ ਆਖਰੀ ਦਿਨ ਹੈ ਤੇ ਅੱਲਾ ਯਾਰ ਖਾਨ ਜੋਗੀ ਲਿਖਦੇ ਨੇ ਕਿ ਉਸ ਮਾਂ ਦੀ ਜਿਹੜੀ ਵਾਰਤਾ ਸੀ ਉਹ ਕਲਮ ਬੰਦ ਕਰਦੇ ਨੇ ਅੱਲਾ ਯਾਰ ਖਾਨ ਜੋਗੀ। आओ बेटा, जाने से पहले तुम्हें सजा तो लूं। आओ बच्चे, जाने से पहले तुझे गले से लगा तो लूं। जरा मुंह केसों को कंघी करूं, मुंह धुला तो लूं।
कि तुहाडे में केस वाह लावा, प्यारे से सरों पे नन्ही सी कलगी सजा तो लो, बेटा मरने से पहले तुझे दूल्हा बना तो लो। ये जदों बच्चों को तैयार किया, बच्चे तुरन लगे ने, ते बाबा फतेह सिंह बूहे चों परत के वेखिया ते कहंदी बेटा पिछे नो क्यों? कहंदे ने जद आखिरी समय वो बच्चे तुरे ने, तुर पे दोवें डाडवे जद फतेह बुला के बाहर अखीरी मां दे चरनी हथ ला के बूहे विचों परत के बोले मुस्कुरा के, मां असी उडीकांगे सचखंड विच जाके। जदों ये सुनेहा दिता, पर तुसी ना आना बहुता चिर लाके, थक ना जाइए अमीए असी ओसियां पाके, साडा जी नहीं लगना, तुसी छेती आना, नहीं तो रुसजू तेरा फतेह सिंह जी पर जाना। फिर मां दे बोल वो अल्लाह यार खान जोगी लिखता है, चलो मेरे हीरियों में मगरे आवा, पुत्ता बांजू कद जीवदियां वेखियां मावा, मां पुत्रां दी सांझ जो चानन परछावां, पुत्तां दुआले रामकार मावां दियां बावां, जिंदर जांदे हंस उधर जांदियां छावां, टोर घर दी रौनकां में सचखंड वसावां। हुण इन्हां रौनकां नूं मैं भेजी, उस वेले अपनी नूह राणी दी याद आई। फिर अल्लाह यार खां जोगी लिखदा है कि उस अपनी नूह राणी नूं चेते करके मां की सोचती है, आजा जीतो रानीए ले मिंट हुदारे, आजा जीतो रानीए ले मिंट हुदारे, तकले मेरी बच्चीए चल चढ़दे खारे, सेरे किन्ने लगदे इस उमरे प्यारे, टुटणगे अज अमरू दो रोशन तारे, तक के फिक्के पैणगे सूरज चंद तारे, रोशन रोशन होणगे ब्रह्मंड अंधियारे। उन्हां बच्चियां नूं तोड़ के जदों जिथे उन्हां नूं शहीद करना सी वो थां पहुंची, बच्चियां नूं आखिरी वार काजी ते सुआ वजीर खां पुछदा है, बच्चों हजे भी तुहाडी जान बख्श सकती है, तुसी अगर इस्लाम कबूल करो। तो उस वक्त बच्चे की जवाब देते ने, सच को मिटाओगे मिटोगे जहान से, डरता नहीं आकार किसी शहनशाह की शान से, उपदेश अपना सुन लो दिल के कान से, कह रहे हैं हम खुदा के जुबान से, कह रहे हैं हम खुदा की जुबान से। ऐसे निडर बच्चे छाला मार दे, कोई चेहरे ते शिकन नहीं, शहीदियां पा जाते ने। उधर रायकोट विखे गुरु गोबिंद सिंह पातशाह ने नूरे माई नूं भेजिया, जाओ जाके पता करके आओ सरहंद विचों साडे लाडलियां दा की होया। तीजे दिन नूरा माई पहुंचा है, तो फिर गुरु गोबिंद सिंह जी नूं अपनी वार्ता सुनाना ते अपना मुंह ढक लेंदा है। राय कला भी बैठा है, उसकी फौज बैठी है, गुरु पातशाह बैठे ने, होर सिंह बैठे ने, ते फिर उत्थे एक आलम लिखदा है, सरहंद चों सुनिया मिलिया लाल टुर गए ने, दोवें शहीद हो गए, नो निहाल टुर गए ने। सुबह ने दोवां नूं कंध विच पीड़ दिता, कोमल शरीर इट्टां दे विच नपीड़ दिता। ये सुन के माई मुस्कुरा के उठिया, उस बादशाह ने नूरे को आके पूछया, तू रूप रूप से कोई गल ना लुकाई, साफ साफ दसी कोई कहर ना कमाई। की कहते ने कि मेरे बच्चे जिसले शहीद किया जाता सी, उसले मेरे बच्चे किदे घबराए तां नहीं, कोई हिंज तां ना केरी, कोई आहत ने कड्डी, मेरे लाला किते उच्ची साह तां ना कड्डी। जदों तेसी दी सट लगी सी करारी, मेरे फतेह ने कोई उच्ची चीख तां ना मारी। ये भी कहण दा अंदाज वखरा सी, जो उसने बजाया वो साज वखरा सी। उत्थे ही तीर नाल काई दा बूटा पुट के गुरु गोबिंद सिंह पातशाह कहते ने, अज इस मुगल सल्तनत दियां जड़ा पुट दित्तियां ने
ਕਿ ਸਾਡੇ ਸਾਹਿਬਜ਼ਾਦਿਆਂ ਨੇ ਨੀਹਾਂ ਦੇ ਵਿੱਚ ਸਿੱਖੀ ਦੇ ਮਹਿਲ ਉਸਾਰ ਦਿੱਤੇ ਨੇ, ਜੋ ਰਹਿੰਦੀ ਦੁਨੀਆ ਤੱਕ ਚੇਤੇ ਕੀਤੇ ਜਾਣਗੇ। ਅੱਜ ਉਹਨਾਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਪੁਰਬ ਅਸੀਂ ਮਨਾ ਰਹੇ ਹਾਂ ਅਤੇ ਮਾਤਾ ਗੁਜਰ ਕੌਰ ਜੀ ਦਾ ਸ਼ਹੀਦੀ ਪੁਰਬ ਮਨਾ ਰਹੇ ਹਾਂ। ਸਾਰੀਆਂ ਸੰਗਤਾਂ ਗੁਰੂ ਨਾਨਕ ਨਾਮ ਲੇਵਾ ਦੇਸ਼ਾਂ ਵਿਦੇਸ਼ਾਂ ਜਿੱਥੇ ਹੈ, ਇਹ 22 ਤਰੀਕ ਤੋਂ ਲੈ ਕੇ 27 ਤਰੀਕ ਤੱਕ ਅਸੀਂ ਉਹਨਾਂ ਸ਼ਹੀਦਾਂ ਨੂੰ ਹਮੇਸ਼ਾ ਪ੍ਰਣਾਮ ਕਰਦੇ ਹਾਂ ਅਤੇ ਕਰਦੇ ਰਹਾਂਗੇ। ਕੋਟੀ ਕੋਟ ਪ੍ਰਣਾਮ ਅਸੀਂ ਉਹਨਾਂ ਸ਼ਹੀਦਾਂ ਨੂੰ ਕਰਦੇ ਹਾਂ। 4 ਸਾਹਿਬਜ਼ਾਦੇ, ਮਾਤਾ ਗੁਜਰ ਕੌਰ ਜੀ, ਬੇਅੰਤ ਸਿੰਘ ਸਿੰਘਲੀਆਂ, ਜਿਨ੍ਹਾਂ ਨੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਇਹ ਸਿੱਖੀ ਦੇ ਮਹਿਲ ਨੂੰ ਮਜ਼ਬੂਤ ਕੀਤਾ, ਜੋ ਰਹਿੰਦੀ ਦੁਨੀਆ ਤੱਕ ਇਸੇ ਤਰ੍ਹਾਂ ਰਹੇਗਾ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਆਪ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਕੋਟਾਨ ਕੋਟ ਧੰਨਵਾਦ। ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਸਾਰੇ ਪ੍ਰੋਗਰਾਮ ਸਰਵਣ ਕਰ ਰਹੇ ਹੋ। ਆਪਣੇ ਜੀਵਨ ਦੀਆਂ ਮੁੱਲ ਘੜੀਆਂ ਵੀ ਸਫਲੀਆਂ ਕੀਤੀਆਂ ਨੇ ਅਤੇ ਕੀਰਤਨ ਸਰਵਣ ਕਰਕੇ ਇਸ ਦੀਵਾਨ ਦੀ ਸ਼ੋਭਾ ਨੂੰ ਵਧਾਇਆ ਹੈ। ਜਿੱਥੇ ਉਹਨਾਂ ਪਿਆਰਿਆਂ ਨੂੰ, ਉਹਨਾਂ ਸਾਹਿਬਜ਼ਾਦਿਆਂ ਨੂੰ ਪ੍ਰਣਾਮ ਕੀਤਾ ਹੈ, ਆਪਣਾ ਜੀਵਨ ਵੀ ਸਫਲਾ ਕੀਤਾ ਹੈ। ਸਾਰੀਆਂ ਸੰਗਤਾਂ ਦੀ ਸੇਵਾ 'ਚ ਬੇਨਤੀ ਹੈ, ਗੁਰੂ ਕਾ ਲੰਗਰ ਤਿਆਰ ਹੈ, ਸਾਰੇ ਲੰਗਰ ਛਕ ਕੇ ਜਾਣ ਦੀ ਕਿਰਪਾਲਤਾ ਕਰਨ। ਲੰਗਰ ਤਿਆਰ ਕੀਤਾ ਹੈ, ਸਵੇਰ ਤੋਂ ਲੱਗੇ ਨੇ। ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ 'ਚ ਕੋਟਾਨ ਕੋਟ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ